ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕਈ ਦਿਨਾਂ ਤੋਂ ਇਹ ਗੱਲ ਅੰਦਰੋਂ ਅੰਦਰੀ ਮਨ ਨੂੰ ਪਰੇਸ਼ਾਨ ਕਰ ਰਹੀ ਸੀ ਕਿ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਦਿਨਾਂ ਦੇ ਵਿੱਚ ਇਹ ਲੱਗਣ ਲਾ ਦਿੱਤਾ ਗਿਆ ਸੀ ਬਈ ਜੇਲ੍ਹਾਂ 'ਚ ਨਜ਼ਰਬੰਦ ਸਿੰਘ ਰਿਹਾ ਹੋ ਜਾਣੇ ਆ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਜਿਹੜੀ ਆ ਉਹ ਰੱਦ ਕਰ ਦਿੱਤੀ ਗਈ ਆ। ਵੀ ਉਸ ਗੱਲ ਦਾ ਹੁਣ ਬਣੂਗਾ ਕੀ? ਇਹ ਗੱਲ ਤਾਂ ਅੰਦਰੋਂ ਅੰਦਰੇ ਮਨ ਨੂੰ ਪਰੇਸ਼ਾਨ ਕਰ ਰਹੀ ਸੀ ਕਿ ਜਿਸ ਬ੍ਰਾਹਮਣਵਾਦੀ ਸੋਚ ਵਾਲੇ ਲੋਕਾਂ ਨਾਲ ਜਿਨ੍ਹਾਂ ਨਾਲ ਸਾਡਾ ਵਾਹ ਪਿਆ ਹੋਇਆ, ਉਹਨਾਂ ਦਾ ਤਾਂ ਇੱਕ ਰਿਕਾਰਡ ਵਾ ਝੂਠ ਬੋਲਣ ਦਾ, ਮੁੱਕਰਨ ਦਾ, ਠੱਗੀ ਠੋਰੀ ਜਿੰਦਾਬਾਦ। ਪਰ ਉਹਨਾਂ ਦਿਨਾਂ ਦੇ ਵਿੱਚ ਵੀ ਜਾਂ ਅੱਜ ਤੱਕ ਵੀ ਇਹ ਮਨ ਦੇ ਵਿੱਚ ਅੰਦਰੋਂ ਅੰਦਰੀ ਗੱਲ ਜਿਹੜੀ ਸੀ ਉਹ ਤਾਂ ਬੜੀ ਉਬਲਦੀ ਜੀ ਰਹੀ। ਪਰ ਜ਼ੁਬਾਨ ਤੇ ਆਉਣ ਤੋਂ ਥੋੜਾ ਜਿਹਾ ਡਰ ਲੱਗਦਾ ਸੀ ਕਿਉਂਕਿ ਆਪਣੇ ਭਾਈਚਾਰੇ ਨੂੰ, ਸਿੱਖਾਂ ਨੂੰ ਇਉਂ ਲੱਗਣ ਲੱਗਿਆ ਹੋਇਆ ਸੀਗਾ ਵੀ ਰਿਹਾਈਆਂ ਹੋ ਜਾਣੀਆਂ ਨੇ, ਫਾਂਸੀ ਟੁੱਟਣ ਲੱਗੀ ਹੋਈ ਆ। ਵੀ ਜੇ ਅਸੀਂ ਕੋਈ ਉਹੋ ਜਿਹੀ ਗੱਲ ਕਰੀਏ ਜਿਹੜੀ ਗੱਲ ਬਾਕੀ ਲੋਕਾਂ ਤੋਂ ਵੱਖਰੀ ਆ ਤਾਂ ਫਿਰ ਲੋਕ ਕਹਿੰਦੇ ਨੇ ਵੀ ਇਹ ਤਾਂ ਤੁਸੀਂ ਗਲਤ ਬੋਲਦੇ। ਕਿਉਂਕਿ ਲੋਕਾਂ ਦੇ ਕੋਲ ਬੜਾ ਕੁਛ ਸੀਗਾ। ਬਕਾਇਦਾ ਇੱਕ ਚਿੱਠੀ ਜਿਹੜੀ ਆ ਉਹ ਹੋਮ ਮਿਨਿਸਟਰੀ ਤੋਂ, ਗੌਰਮੈਂਟ ਆਫ ਇੰਡੀਆ ਤੋਂ ਭੇਜੀ ਗਈ, ਜਿਹੜੀ ਕਿ ਪੰਜਾਬ ਦੀ ਗੌਰਮੈਂਟ ਨੂੰ, ਗੁਜਰਾਤ ਦੀ ਗੌਰਮੈਂਟ ਨੂੰ, ਹਰਿਆਣੇ ਦੀ ਨੂੰ, ਕਰਨਾਟਕਾ ਦੀ ਨੂੰ ਤੇ ਦਿੱਲੀ ਦੀ ਸਰਕਾਰ ਨੂੰ ਆਈ। ਇਹ ਸਰਕਾਰੀ ਚਿੱਠੀ 10 ਤਰੀਕ 10ਵੇਂ ਮਹੀਨੇ ਦੇ ਵਿੱਚ ਜਾਰੀ ਕੀਤੀ ਗਈ, ਜਿਹੜੀ ਇਹ ਸਾਰੇ ਸੂਬਿਆਂ ਦੇ ਜਿਹੜੇ ਮੁੱਖ ਸਕੱਤਰ ਆ ਉਹਨਾਂ ਨੂੰ ਭੇਜੀ ਗਈ। ਉਹਦੀ ਕਾਪੀ ਮੀਡੀਆ ਦੇ ਰਾਹੀਂ ਸਾਡੇ ਹੱਥ 'ਚ ਵੀ ਲੱਗੀ ਆ। ਉਹਦੇ ਵਿੱਚ ਸਾਫ਼ ਲਿਖਿਆ ਹੋਇਆ ਕਿ ਜਿਹੜਾ ਭਾਰਤੀ ਸੰਵਿਧਾਨ ਦੀ 161 ਧਾਰਾ ਹੈਗੀ ਆ, ਆਰਟੀਕਲ 161, ਉਹਦੇ ਤਹਿਤ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ 8 ਸਿੱਖ ਨਜ਼ਰਬੰਦਾਂ ਨੂੰ ਉਹਨਾਂ ਦੀ ਜਿਹੜੀ ਰਿਹਾਈ ਆ ਉਹ ਕਰਾਉਣ ਦੀ ਪ੍ਰਕਿਰਿਆ ਤੋਰਨੀ ਆ ਤੇ ਇੱਕ ਸਿੱਖ ਕੈਦੀ ਦੀ ਜਿਹੜੀ ਆ ਡੈਥ ਸੈਂਟੈਂਸ, ਜਿਹੜੀ ਉਹਨੂੰ ਮੌਤ ਦੀ ਸਜ਼ਾ ਮਿਲੀ ਹੋਈ ਆ, ਉਹ ਉਮਰ ਕੈਦ ਵਿੱਚ ਬਦਲਣੀ ਹੈ। ਤੇ ਇਹ ਜਿਹੜਾ ਸਰਕਾਰੀ ਖਤ ਵਾ, ਇਸ ਖਤ ਵਿੱਚ ਇਹ ਸਾਫ਼ ਲਿਖਿਆ ਹੋਇਆ ਵੀ ਗੌਰਮੈਂਟ ਆਫ ਇੰਡੀਆ ਹੈਜ਼ ਡਿਸਾਈਡਡ that 8 Sikh prisoners may be granted special remission and death sentence of 1 Sikh prisoner may be commuted to life imprisonment। ਹੁਣ ਇਹ ਜਿਹੜੇ ਸ਼ਬਦ ਨੇ ਇਹਦੇ ਸਿੱਧੇ ਜਿਹੇ ਅਰਥ ਸਾਡੇ ਭਾਈਚਾਰੇ ਨੇ, ਮੀਡੀਆ ਨੇ ਕੱਢੇ ਕਿ ਬੜੀ ਜੀ ਦਿਆਲ ਹੋ ਗਈ ਆ ਪੰਜਾਬ ਸਰਕਾਰ, ਭਾਰਤ ਸਰਕਾਰ। ਤੇ ਜੇ ਇਹ ਚਿੱਠੀ ਗੁਜਰਾਤ 'ਚ ਗਈ ਆ ਤਾਂ ਇਹਦਾ ਮਤਲਬ ਉੱਥੇ ਦਾ ਕੇਸ ਹੈਗਾ ਭਾਈ ਲਾਲ ਸਿੰਘ ਅਕਾਲਗੜ੍ਹ ਦਾ, ਉਹਨਾਂ ਨੂੰ ਉਮਰ ਕੈਦ ਹੋਈ ਆ। ਤੇ ਸਾਫ਼ ਦਿਖਦਾ ਕਿ ਗੁਜਰਾਤ ਦੇ ਵਿੱਚ ਤਾਂ ਫਿਰ ਇਸੇ ਭਾਈ ਲਾਲ ਸਿੰਘ ਦੇ ਕਾਗਜ਼ ਭੇਜੇ ਹੋਣੇ ਆ ਵੀ ਇਹਦੀ ਰਿਹਾਈ ਦੇ ਇੰਤਜ਼ਾਮ ਕੀਤੇ ਜਾਣ। ਦੂਜੀ ਜਿਹੜੀ ਚਿੱਠੀ ਦਾ ਜ਼ਿਕਰ ਵਿੱਚ ਕਰਨਾਟਕਾ ਦਾ ਆਇਆ ਤਾਂ ਸਿੱਧਾ ਅੰਦਾਜ਼ਾ ਲਾਇਆ ਗਿਆ ਕਿ ਭਾਈ ਗੁਰਦੀਪ ਸਿੰਘ ਜੱਲੂਪੁਰ ਖੇੜੇ ਵਾਲਾ ਜਿਹੜਾ ਉੱਥੋਂ ਉਮਰ ਕੈਦ ਭੁਗਤਦਾ, ਵੀ ਇਹ ਭਾਈ ਲਾਲ ਸਿੰਘ ਜਿਵੇਂ ਨਾਭੇ ਜੇਲ੍ਹ 'ਚ ਨੇ ਤੇ ਇਹ ਅੰਮ੍ਰਿਤਸਰ ਜੇਲ੍ਹ 'ਚ ਵਾ, ਤੇ ਹੋ ਸਕਦਾ ਇਹ ਉਹਦੀ ਰਿਹਾਈ ਹੋਵੇ। ਤੀਸਰਾ ਜਿਹੜਾ ਸੀਗਾ ਗੁਜਰਾਤ, ਕਰਨਾਟਕਾ ਤੋਂ ਬਾਅਦ ਦਿੱਲੀ ਦਾ ਸੀ ਕੇਸ। ਦਿੱਲੀ ਵਾਲਾ ਇਹ ਸਮਝਿਆ ਸਾਰਿਆਂ ਨੇ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਗੱਲ ਹੋ ਰਹੀ ਹੈ। ਅੱਗੇ ਇਹ ਮੰਨਿਆ ਗਿਆ ਕਿ ਗੌਰਮੈਂਟ ਆਫ ਪੰਜਾਬ, ਵੀ ਜਿਹੜੇ ਪੰਜਾਬ ਸਰਕਾਰ ਦੇ ਕੈਦੀ ਨੇ ਕੁਛ ਉਹ ਹੋਣਗੇ ਤੇ 8 ਕੁੱਲ ਜਿਹੜੇ ਹੋਣਗੇ। ਹਰਿਆਣੇ ਦਾ ਵੀ ਵਿੱਚ ਜ਼ਿਕਰ ਆ
ਗੁਜਰਾਤ ਦਾ ਲਾਲ ਸਿੰਘ ਦਾ 1, ਦੂਜਾ ਗੁਰਦੀਪ ਸਿੰਘ ਖੈੜੇ ਦਾ 2, ਤੀਜਾ ਦਿੱਲੀ ਤੋਂ ਜਿਹੜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ 3, ਹਰਿਆਣੇ ਤੇ ਪੰਜਾਬ ਦੇ ਜਿਹੜੇ ਨੇ ਉਹ ਬਾਕੀ 5 ਕਿਹੜੇ ਕਿਹੜੇ ਨੇ ਇਹ ਅੰਦਾਜ਼ੇ ਲੱਗਣ ਲੱਗੇ ਤਾਂ ਇਹ ਮੰਨਿਆ ਗਿਆ ਬਈ ਫਾਂਸੀ ਵਾਲਾ ਤਾਂ ਇੱਕ ਹੀ ਆ, ਭਾਈ ਬਲਵੰਤ ਸਿੰਘ ਰਾਜੋਆਣਾ, ਉਹਦੀ ਫਾਂਸੀ ਕਮਿਊਟ ਕੀਤੀ ਹੋਣੀ ਆ, ਉਮਰ ਕੈਦ ਬਦਲੀ ਹੋਣੀ। ਤੇ ਜਿਹੜੇ 5 ਬਾਕੀ ਕੈਦੀ ਨੇ ਉਹ ਕਿਹੜੇ ਹੋਏ, ਉਹਦਾ ਇਹ ਸਮਝ ਲਿਆ ਗਿਆ ਕਿ ਬੇਅੰਤ ਸਿੰਘ ਕਾਂਡ ਵਾਲੇ, ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਸ਼ਮਸ਼ੇਰ ਸਿੰਘ ਕੰਵਰਪੁਰ ਰਾਜਪੁਰੇ ਕੋਲ ਉਹਨਾਂ ਦਾ ਪਿੰਡ, ਤੀਜਾ ਭਾਈ ਗੁਰਮੀਤ ਸਿੰਘ ਇੰਜੀਨੀਅਰ। ਸੋ ਇਹ 3 ਇਹ ਮੰਨ ਕੇ ਫਿਰ ਬਾਕੀਆਂ ਦਾ 2 ਦਾ ਅੰਦਾਜ਼ੇ ਲੱਗਦੇ ਰਹੇ। ਸੋ ਮੀਡੀਆ ਦੇ ਵਿੱਚ ਜਿੱਦਣ ਇਹ ਖਬਰਾਂ ਆਈਆਂ ਸਾਰੇ ਪੰਥ ਵਿੱਚ ਬੜੀ ਬੱਲੇ ਬੱਲੇ ਹੋ ਗਈ। ਇਹ ਚਿੱਠੀ ਸਾਡੇ ਹੱਥ 'ਚ ਵੀ ਹੈ, ਚਿੱਠੀ ਤੇ ਬਕਾਇਦਾ ਲਿਖਿਆ ਹੋਇਆ। ਤੇ ਇਹਦੇ ਵਿੱਚ ਹੌਲੀ ਹੌਲੀ ਇਹ ਚਰਚਾ ਵੀ ਹੋਣ ਲੱਗੀ ਵੀ ਗਵਰਨਮੈਂਟ ਆਫ ਪੰਜਾਬ, ਗੁਜਰਾਤ, ਹਰਿਆਣਾ, ਕਰਨਾਟਕਾ ਤੇ NCT ਆਫ ਦਿੱਲੀ ਲਿਖਿਆ ਹੋਇਆ ਜਿਹੜਾ, ਇਹਦੇ ਵਿੱਚ ਚੰਡੀਗੜ੍ਹ ਨਹੀਂ ਲਿਖਿਆ ਹੋਇਆ। ਤੇ ਜਿਹੜਾ ਹੈਗਾ ਕੇਸ ਬੇਅੰਤ ਸਿੰਘ ਮਰਡਰ ਕੇਸ ਵਾਲਾ, ਉਹ ਤਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਾਗਜ਼ ਪੱਤਰ ਉਹਦੇ ਭੇਜੇ ਜਾਣੇ ਚਾਹੀਦੇ ਸੀ। ਪਰ ਇਹਨਾਂ ਬਰੀਕੀਆਂ ਵੱਲ ਜਿਹੜਾ ਵੀ ਉਦੋਂ ਧਿਆਨ ਦਿਵਾਉਂਦਾ ਸੀ ਤਾਂ ਸਾਡੇ ਭਾਈਚਾਰੇ ਵਿੱਚੋਂ ਉਹਦਾ ਡੱਟਵਾਂ ਵਿਰੋਧ ਕੀਤਾ ਜਾਂਦਾ ਸੀ। ਸੋ ਬੰਦੇ ਦਰਜੀ ਵੱਟਣ ਲੱਗ ਪਏ। ਪਰ ਜਿਉਂ-ਜਿਉਂ ਦਿਨ ਲੰਘਦੇ ਗਏ, ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਵੀ ਲੰਘ ਗਿਆ, ਉਦੋਂ ਬੜੀ ਆਸ ਸੀਗੀ ਵੀ ਘੱਟੋ ਘੱਟ ਬਾਕੀ ਤਾਂ ਅੱਗਾ ਪਿੱਛਾ ਹੋ ਸਕਦਾ, ਪਰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਦੋਂ ਮੋਦੀ ਹੋਣੀ, ਅਮਿਤ ਸ਼ਾਹ ਹੋਣੀ, ਰਾਜਨਾਥ ਹੋਣੀ, ਜਾਂ ਜਦੋਂ ਆਪਾਂ ਸਿੱਖ ਕਰਤਾਰਪੁਰ ਦੇ ਲਾਂਘੇ ਦੇ ਪ੍ਰੋਗਰਾਮ ਜਿਹੜੇ ਕਿ ਸਿੱਧੇ ਤੌਰ ਤੇ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਦੇ ਨਾਲ ਜੋੜ ਕੇ ਦੇਖੇ ਜਾ ਰਹੇ ਆ, ਵੀ ਉਹਨਾਂ ਦਿਨਾਂ ਵਿੱਚ ਇਹ ਰਿਹਾਈਆਂ ਹੋਣਗੀਆਂ। ਪਰ ਕੁਛ ਨਾ ਹੋਇਆ। ਹੌਲੀ ਹੌਲੀ ਅੰਦਰ ਖਾਤੇ ਗੱਲ ਚੱਲਦੀ ਗਈ, ਪੁੱਛ ਪੜਤਾਲਾਂ ਹੁੰਦੀਆਂ ਰਹੀਆਂ, ਲੋਕ ਆਪਸ ਵਿੱਚ ਹੀ ਲੜਦੇ ਬਹਿਸਦੇ ਵੀ ਰਹੇ, ਸੋਸ਼ਲ ਮੀਡੀਆ ਤੇ ਵੀ ਚਰਚਾ ਹੁੰਦੀ ਰਹੀ ਵੀ ਬਣਿਆ ਕੀ ਇਸ ਗੱਲ ਦਾ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਅੰਮ੍ਰਿਤਸਰ ਇੱਥੇ ਰਿਹਾਇਸ਼ ਆ ਮੇਰੇ ਘਰ ਦੇ ਕੋਲ ਆ, ਤੇ ਅਸੀਂ ਸੁਬਾਹ ਸ਼ਾਮ ਅਕਸਰ ਇਕੱਠੇ ਹੋ ਜਾਂਦੇ ਰਹੇ ਆ। ਇੱਥੇ ਮੇਲ ਮਿਲਾਪ ਵਿੱਚ ਅਸੀਂ ਵੀ ਚਰਚਾ ਕਰਨੀ ਵੀ ਕਈ ਅਫਸਰ ਜਾਂ ਕਈ ਏਜੰਸੀਆਂ ਜਿਹੜੀਆਂ ਨੇ ਉਦੋਂ ਉਹਨਾਂ ਦਿਨਾਂ 'ਚ ਜਦੋਂ ਇਹ ਚਿੱਠੀ ਆਈ ਆ ਬੜੇ ਉਦੋਂ ਹਿਲਜੁਲ ਜੀ ਕਰਦੇ ਸੀ, ਹੁਣ ਕੋਈ ਗੱਲ ਹੀ ਨਹੀਂ ਕਰਦੇ। ਪਰਸੋਂ ਚੌਥੇ ਅਸੀਂ ਇੱਕ ਵਿਆਹ ਦੇ ਉੱਤੇ ਸਾਰੇ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰ ਸਿੱਖ ਸੰਘਰਸ਼ ਦੇ ਯੋਧੇ ਜਿਹੜੇ ਸਾਰੇ ਉੱਥੇ ਇਕੱਠੇ ਹੋਏ ਸੂਰਬੀਰ, ਉੱਥੇ ਵੀ ਇਹ ਚਰਚਾ ਚੱਲਦੀ ਰਹੀ। ਉਦੋਂ ਭੁੱਲਰ ਸਾਹਿਬ ਉਦੋਂ ਅਗਲੇ ਦਿਨ ਇਹਨਾਂ ਨੇ ਜਾਣਾ ਸੀਗਾ ਜੇਲ੍ਹ, ਜਿਹੜੀ ਛੁੱਟੀ ਪੈਰੋਲ ਤੇ ਆਏ ਸੀ, ਪੈਰੋਲ ਮੁੱਕਣ ਵਾਲੀ ਸੀ। ਭਾਈ ਗੁਰਦੀਪ ਸਿੰਘ ਜੱਲੂਪੁਰ ਖੇੜੇ ਵਾਲੇ ਵੀ ਆਪਦੀ ਪੈਰੋਲ ਕੱਟ ਕੇ ਅੰਮ੍ਰਿਤਸਰ ਜੇਲ੍ਹ ਚਲੇ ਗਏ। ਹੁਣ ਭਾਈ ਲਖਵਿੰਦਰ ਸਿੰਘ ਨਾਰੰਗਲ ਪੈਰੋਲ ਤੇ ਆਏ ਹੋਏ ਨੇ। ਇਹ ਸਾਰੀਆਂ ਪੈਰੋਲਾਂ ਮੁੱਕਣ ਦਾ, ਪੈਰੋਲਾਂ ਤੇ ਆਉਣ ਜਾਣ ਦਾ ਸਿਸਟਮ ਜਿਹਾ ਚੱਲਦਾ ਰਿਹਾ। ਪਰ ਉਹ ਗੱਲ ਜਿਹੜੀ ਰਿਹਾਈ ਵਾਲੀ ਸੀ ਉਹ ਕਿਸੇ ਹਿਸਾਬ ਕਿਤਾਬ ਜੇ ਵਿੱਚ ਨਹੀਂ ਸੀ ਆ ਰਹੀ। ਤੇ ਆਖਰ ਅੱਜ ਫਿਰ ਜਿਹੜਾ ਸੀਗਾ ਉਹ ਢੱਕਣ ਚੱਕਿਆ ਗਿਆ ਤੇ ਪਤਾ ਲੱਗ ਗਿਆ ਸਾਰਿਆਂ ਨੂੰ ਵੀ ਕੁਛ ਨਹੀਂ ਹੈਗਾ ਇੱਥੇ। ਅੱਜ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਆ ਜਿਹੜੇ ਜਬਰ ਜਨਾਹ ਰੇਪ ਹੋਇਆ ਹੈਦਰਾਬਾਦ ਵਿੱਚ, ਬੜਾ ਘਿਨਾਉਣਾ ਮਾੜਾ ਕਾਰਜ ਹੋਇਆ, ਬੜਾ ਪਾਪ ਹੋਇਆ, ਉਹਦੇ ਬਾਰੇ ਚਰਚਾ ਚੱਲਦੀ ਸੀ ਕਿ ਫਾਂਸੀ ਦਿੱਤੀ ਜਾਣੀ ਚਾਹੀਦੀ ਆ ਦੋਸ਼ੀਆਂ ਨੂੰ, ਪਾਪੀਆਂ ਨੂੰ। ਤਾਂ ਉੱਥੇ ਜਿਹੜਾ ਬੇਅੰਤ ਸਿੰਘ ਬੁੱਚੜ ਦਾ ਮੁੱਖ ਮੰਤਰੀ ਦਾ ਪੋਤਾ ਹੈ ਰਵਨੀਤ ਸਿੰਘ ਬਿੱਟੂ, ਉਹਨੇ ਪਾਰਲੀਮੈਂਟ ਵਿੱਚ ਇਹ ਗੱਲ ਕੀਤੀ ਕਿ ਇੱਥੇ ਕਹਿੰਦੇ ਆ ਕਿ ਜਿਨ੍ਹਾਂ ਪਾਪੀਆਂ ਨੇ, ਦੁਸ਼ਟਾਂ ਨੇ, ਦੋਸ਼ੀਆਂ ਨੇ ਉਸ ਕੁੜੀ ਨਾਲ ਜਬਰ ਜਨਾਹ ਕੀਤਾ, ਉਹਨਾਂ ਨੂੰ ਫਾਂਸੀ ਚਾੜਨਾ ਚਾਹੀਦਾ। ਪਰ ਇੱਥੇ ਪੰਜਾਬ ਦੇ ਵਿੱਚ ਤੁਸੀਂ ਜਿਨ੍ਹਾਂ ਨੂੰ ਸਰਕਾਰ ਨੇ ਫਾਂਸੀ ਦਿੱਤੀ ਹੋਈ ਆ, ਹਕੂਮਤ ਨੇ, ਤੰਤਰ ਨੇ, ਸਰਕਾਰ ਨੇ, ਅਦਾਲਤ ਨੇ ਫਾਂਸੀ ਉਹਦੀ ਰੱਦ ਕਰ ਲੱਗੇ ਹੋ। ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਕਿਉਂ ਰੱਦ ਕਰਨ ਲੱਗੇ ਹੋਏ ਹੋ? ਇਸ ਗੱਲ ਦੇ ਉੱਤੇ ਵਾਹਵਾ ਉੱਥੇ ਗੜਬੜ ਜੀ, ਜਾਂ ਉੱਥੇ ਜਿਵੇਂ ਪਾਰਲੀਮੈਂਟ 'ਚ ਸਾਡੇ ਇੱਥੇ ਰਿਵਾਜ ਆ ਵੀ ਹੋ ਹੱਲਾ ਜਿਹਾ ਮੱਚਦਾ, ਵੀ ਪਹਿਲੋਂ ਤਾਂ ਲੱਗਦਾ ਸੀਗਾ ਵੀ ਗੱਲ ਨਿਗਾਹ ਦਿੱਤੀ ਜਾਊਗੀ, ਪਰ ਜਿਹੜੇ ਮਾੜਾ ਚੰਗਾ ਸੁਣਨਾ ਕਰਨਾ ਹੁੰਦਾ ਉਹ ਫਿਰ ਹੋ ਕੇ ਰਹਿੰਦਾ। ਤੇ ਜਦੋਂ ਅਮਿਤ ਸ਼ਾਹ ਨੇ ਖੜੇ ਹੋ ਕੇ
ਮੂੰਹ ਖੋਲਿਆ ਤਾਂ ਫਿਰ ਉਹਨੇ ਕਹਿਤਾ ਜਿਹੜਾ ਕੁਛ ਇੰਨੇ ਦਿਨਾਂ ਦਾ ਪਿੱਛੇ ਪਿੱਛੇ ਲੁਕਿਆ ਫਿਰਦਾ ਸੀ। ਉਹ ਕਹਿੰਦਾ ਵੀ ਇਹੋ ਜਿਹੀ ਤਾਂ ਕੋਈ ਗੱਲ ਹੀ ਨਹੀਂ, ਤੁਸੀਂ ਮੀਡੀਆ ਦੀਆਂ ਰਿਪੋਰਟਾਂ ਮਗਰ ਨਾ ਜਾਓ, ਕਿਸੇ ਸਿੱਖ ਦੀ ਫਾਂਸੀ ਫੂਸੀ ਅਸੀਂ ਕੋਈ ਨਹੀਂ ਰੱਦ ਕੀਤੀ। ਇੱਕ ਪਾਸੇ ਅੱਜ ਜਦੋਂ ਤੋਂ ਦੁਪਹਿਰ ਤੋਂ ਇਹ ਜਿਹੜੀ ਨਿਊਜ਼ ਆ, ਇਹ ਵੀਡੀਓ ਆ, ਇਹ ਜਿਹੜਾ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਨੇ ਬੋਲਿਆ ਤੇ ਰਵਨੀਤ ਬਿੱਟੂ ਨੇ ਬਾਅਦ ਵਿੱਚ ਆ ਕੇ ਮੀਡੀਆ ਦੇ ਸਾਹਮਣੇ ਵੀ ਗੱਲਾਂ ਕੀਤੀਆਂ ਨੇ, ਹੋਰ ਵੀ ਲੀਡਰ ਜਿਹੜੇ ਆ ਇਸ ਮਸਲੇ ਤੇ ਆਪੋ ਆਪਦੀ ਗੱਲ ਕਹਿ ਰਹੇ ਆ। ਇੱਕ ਪਾਸੇ ਤਾਂ ਇਹ ਗੱਲ ਆ ਵੀ ਕੋਈ ਇਹੋ ਜਿਹੀ ਗੱਲ ਨਹੀਂ ਜੀ, ਕੋਈ ਫਾਂਸੀ ਫੂਸੀ ਨਹੀਂ ਰੱਦ ਕੀਤੀ। ਦੂਜੇ ਪਾਸੇ ਸਾਡੇ ਹੱਥ 'ਚੋਂ ਚਿੱਠੀ ਆ ਜਿਹੜੀ 10 ਤਰੀਕ 10ਵਾਂ ਮਹੀਨਾ, ਜਿਹੜੀ ਚਿੱਠੀ ਭਾਰਤ ਸਰਕਾਰ ਨੇ ਸਾਰੇ ਸੂਬਿਆਂ ਨੂੰ ਭੇਜੀ ਆ ਬਈ ਇਹਨਾਂ 8 ਸਿੱਖਾਂ ਦੀਆਂ ਰਿਹਾਈਆਂ ਕਰਨੀਆਂ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਨਾਲੇ ਜਿਹੜਾ ਹੈ 8 ਬੰਦੀਆਂ ਤੋਂ ਬਗੈਰ ਇੱਕ ਹੋਰ ਸਿੱਖ ਨਜ਼ਰਬੰਦ ਦੀ ਜਿਹੜੀ ਫਾਂਸੀ ਆ ਉਹ ਰੱਦ ਕਰਕੇ ਉਮਰ ਕੈਦ 'ਚ ਬਦਲਣੀ ਆ। ਚਿੱਠੀ 'ਚ ਲਿਖਿਆ ਬਕਾਇਦਾ। ਹੁਣ ਜਦੋਂ ਇਹ ਚਿੱਠੀ ਨੂੰ ਦੇਖਦੇ ਆ ਤੇ ਅਮਿਤ ਸ਼ਾਹ ਦੀ ਉਸ ਕਹੀ ਹੋਈ ਗੱਲ ਨੂੰ ਦੇਖਦੇ ਆ ਤਾਂ ਬੰਦਾ ਬੜਾ ਚੱਕਰ 'ਚ ਪੈਂਦਾ ਵੀ ਸੱਚ ਕੀ ਆ। ਹੁਣ ਸਿੱਖ ਆਪਸ ਵਿੱਚ ਹੀ ਜੁੰਡ ਬਜੁੰਡੀ ਹੋਣ ਨੂੰ ਫਿਰਦੇ ਆ, ਕਿਉਂਕਿ ਬਹੁਤ ਸਾਰੇ ਲੀਡਰਾਂ ਨੇ, ਬਹੁਤ ਸਾਰੇ ਬੰਦਿਆਂ ਨੇ ਉਦੋਂ ਵਧਾਈਆਂ ਬੜੀਆਂ ਗਾਡਰ ਜਿੱਡੀਆਂ ਦਿੱਤੀਆਂ ਸੀ। ਹੁਣ ਉਹ ਵਧਾਈਆਂ ਦੇਣ ਵਾਲੇ ਕਸੂਤੇ ਫਸੇ ਹੋਏ ਆ ਤੇ ਦੂਜੇ ਸਿੱਖ ਜਿਹੜੇ ਕਹਿੰਦੇ ਸੀ ਇਹਨਾਂ ਤੇ ਯਕੀਨ ਨਾ ਕਰਿਓ ਲਾਲਿਆਂ ਭੋਲਿਆਂ ਤੇ, ਉਹ ਇੱਕ ਇਹ ਸਾਡੇ ਭਾਈਚਾਰੇ ਵਾਲੇ ਹਿੰਦੂ ਕ੍ਰਿਸ਼ਨ ਭਗਵਾਨ ਕਹਿੰਦੇ ਆ ਉਹਨੂੰ, ਉਹਦਾ ਇੱਕ ਗਾਣਾ ਬੜਾ ਸੁਣਦੇ ਆਏ ਆ ਬਚਪਨ ਤੋਂ ਵੀ ਮੂੰਹ ਤੇ ਉਹਦੇ ਮੱਖਣ ਲੱਗਿਆ ਹੁੰਦਾ ਤੇ ਉਹ ਆਪਦੀ ਮਾਂ ਨੂੰ ਕਹਿ ਰਿਹਾ ਹੁੰਦਾ, ਮਈਆ ਮੋਰੀ ਮੈਂ ਨਹੀਂਓ ਮਾਖਣ ਖਾਇਓ, ਹੈ ਜੀ। ਤੇ ਉਹ ਰਾਮਚੰਦਰ ਜਿਹੜਾ ਸੋਨੇ ਦੇ ਹਿਰਨ ਦੇ ਮਗਰ ਤੁਰ ਪਿਆ ਭਗਵਾਨ। ਸੋ ਜਿੱਥੇ ਭਗਵਾਨ ਵਿਚਾਰੇ ਆਪ ਗਧੀ ਗੇੜ 'ਚ ਪੈਂਦੇ ਰਹੇ ਹੋਣ ਤੇ ਗਧੀ ਗੇੜ 'ਚ ਦੁਨੀਆ ਨੂੰ ਪਾਉਂਦੇ ਰਹੇ ਹੋਣ, ਉੱਥੇ ਫਿਰ ਜਿਹੜੇ ਭਗਵਾਨ ਦੇ ਚੇਲੇ ਆ ਉਹ ਵੀ ਤਾਂ ਉਹੋ ਜਿਹੇ ਹੋਣੇ ਆ, ਜਿਹੋ ਜਿਹਾ ਇਸ਼ਟ ਮੰਨੀਏ ਇਹੋ ਜਿਹਾ ਬਣ ਜਾਈਦਾ। ਜਿੰਨੇ ਪੁਰਾਤਨ ਜਿਨ੍ਹਾਂ ਨੂੰ ਅੱਜ ਕੱਲ੍ਹ ਬੜੀ ਮਾਨਤਾ ਹਾਸਲ ਆ, ਵੇਦਾਂ ਨੂੰ, ਸਿਮਰਤੀਆਂ ਨੂੰ, ਸ਼ਾਸਤਰਾਂ ਨੂੰ, ਰਮਾਇਣ ਨੂੰ, ਮਹਾਭਾਰਤ ਨੂੰ, ਹੋਰ ਗ੍ਰੰਥਾਂ ਨੂੰ, ਸਾਰਿਆਂ ਦੇ ਵਿੱਚ ਜਿਹੜੇ ਨਾਇਕ ਨੇ, ਜਿਨ੍ਹਾਂ ਨੂੰ ਬੜਾ ਯੋਧਾ ਬਲਵਾਨ ਤੇ ਮਹਾਨ ਲੋਕ ਮੰਨਿਆ ਜਾਂਦਾ, ਉਹ ਸਾਰੇ ਦੇ ਸਾਰੇ ਜਿੰਨੇ ਆ ਜਿਹੜੀਆਂ ਉਹ ਗੱਲਾਂ ਬਾਤਾਂ ਕਰਦੇ ਆ, ਉਹਨੇ ਸਾਮ ਦਾਮ ਦੰਡ ਭੇਦ, ਠੱਗੀ ਠੋਰੀ ਜਿੰਦਾਬਾਦ, ਝੂਠ ਤੂਫਾਨ ਤੇ ਲਾਊ ਬੁਝਾਊ ਕੰਮ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ। ਬ੍ਰਹਮਾ ਦੇ ਬਾਰੇ ਭਾਈ ਗੁਰਦਾਸ ਜੀ ਲਿਖਦੇ ਆ ਵੀ ਆਪਦੀ ਬੇਟੀ, ਆਪਦੀ ਧੀ ਸੁਰਸਤੀ ਸਰਸਵਤੀ ਉਹਦੇ ਉੱਤੇ ਮੋਹਿਤ ਹੋ ਗਏ। ਤੇ ਗੌਤਮ ਰਿਖੀ ਦੀ ਸਾਖੀ ਅੱਡ, ਇੰਦਰ ਦੀ ਅੱਡ, ਵਿਸ਼ਨੂੰ ਦੀ ਅੱਡ, ਉਹਦਾ ਆਪਾਂ ਤਾਂ ਬਿਆਨ ਵੀ ਨਹੀਂ ਕਰ ਸਕਦੇ ਜੋ ਕੁਛ ਉੱਥੇ ਅਸ਼ਲੀਲਤਾ ਤੇ ਅਸਭਿਅਕ ਚੀਜ਼ਾਂ ਨੇ। ਜਿਨ੍ਹਾਂ ਦੇ ਨਾਇਕ ਇਹੋ ਜਿਹੇ ਨੇ ਉਹਨਾਂ ਨੂੰ ਮੰਨਣ ਵਾਲੇ ਵੀ ਭਾਈ ਉਹੀ ਪਰ ਠੱਗੀ ਠੋਰੀ ਸਿੱਖਣਗੇ, ਜਿਹੋ ਜਿਹਾ ਸੇਵਾਂਗੇ ਉਹੋ ਜਿਹਾ ਫਿਰ ਬਣ ਜਾਈਦਾ। ਹੁਣ ਉੱਥੇ ਪੰਗਾ ਇਹ ਹੈ ਕਿ ਜਿਨ੍ਹਾਂ ਦੇ ਦਿਲ ਦਿਮਾਗ ਵਿੱਚ ਹਰ ਵੇਲੇ ਇੱਕ ਅੱਖਰ ਫਸਿਆ ਰਹਿੰਦਾ ਜਿਹਨੂੰ ਕਹਿੰਦੇ ਆ ਨੀਤੀ, ਚਾਣਕਿਆ ਨੀਤੀ। ਦੂਜੇ ਕੁ ਦਿਨ ਹੀ ਉੱਠ ਕੇ ਕੋਈ ਨਾ ਕੋਈ ਵਿਦਵਾਨ ਉਹਨਾਂ ਦਾ ਜਾਂ ਉਹਨਾਂ ਦਾ ਲੀਡਰ ਕਹਿਣ ਲੱਗਿਆ ਹੁੰਦਾ ਵੀ ਸਾਡਾ ਅਮਿਤ ਸ਼ਾਹ ਤਾਂ ਚਾਣਕਿਆ ਵਾ, ਚਾਣਕਿਆ ਨੀਤੀ, ਠੱਗੀ ਠੋਰੀ ਜਿੰਦਾਬਾਦ, ਝੂਠ ਤਬਾਨ ਬੋਲਣਾ ਤੇ ਹਰ ਪੁੱਠੀ ਸਿੱਧੀ ਸੱਚੀ ਝੂਠੀ ਗੱਲ ਕਰਕੇ ਆਪਦਾ ਮਤਲਬ ਹੱਲ ਕਰਨਾ, ਨੀਤੀ ਇਹ ਹੁੰਦੀ। ਨੀਤੀ ਸ਼ਾਸਤਰ ਕੀ ਨੇ? ਨੀਤੀ ਸ਼ਾਸਤਰਾਂ ਦੇ ਵਿੱਚ ਕਪਟ, ਪਾਪ, ਠੱਗੀ, ਝੂਠ ਕਿਵੇਂ ਬੋਲਣਾ। ਤੁਸੀਂ ਕਾਮਯਾਬ ਠੱਗ ਹੋ ਤਾਂ ਤੁਸੀਂ ਕਾਮਯਾਬ ਹੋ, ਮਤਲਬ ਕਿ ਜੇਕਰ ਤੁਸੀਂ ਸਿੱਧੇ ਸਾਧੇ ਸਾਊ ਪੁਰਸ਼ ਹੋ, ਜੇ ਤੁਸੀਂ ਆਮ ਵਿਅਕਤੀ ਹੋ, ਤੁਸੀਂ ਕਿਰਤ ਕਰਦੇ ਹੋ, ਨਾਮ ਜਪਦੇ ਹੋ, ਵੰਡ ਕੇ ਛਕਦੇ ਹੋ, ਫਿਰ ਉਹ ਕਹਿੰਦੇ ਤੁਸੀਂ ਕਾਹਦੇ ਬੰਦੇ ਹੋ। ਕਾਮਯਾਬ ਬੰਦਾ ਉਹ ਹੈ ਜਿਹੜਾ ਨੀਤੀਆਂ ਵਰਤੇ ਤੇ ਜ਼ਿੰਦਗੀ ਦੀਆਂ ਜਿੰਨੀਆਂ ਵੀ ਸੁੱਖ ਸਹੂਲਤਾਂ ਨੇ ਉਹਨਾਂ ਨੂੰ ਮਾਣੇ। ਹੁਣ ਜਿਨ੍ਹਾਂ ਦੇ ਕੋਲੇ ਬੱਸ ਅੱਡਿਆਂ ਤੇ ਚਲੇ ਜਾਓ ਜਾਂ ਕਿਤਾਬਾਂ ਵਾਲੀ ਕਿਸੇ ਦੁਕਾਨ ਤੇ ਜਾ ਕੇ ਖੜ ਜਾਓ,
ਢੇਰ ਲੱਗੇ ਪਏ ਹੁੰਦੇ ਆ ਨੀਤੀ ਸ਼ਾਸਤਰਾਂ ਦੇ, ਬਿਦਰ ਨੀਤੀ, ਚਾਣਕਿਆ ਨੀਤੀ, ਫਲਾਨੀ ਨੀਤੀ, ਟਮਕਾਨੀ ਨੀਤੀ, ਜਿਨ੍ਹਾਂ ਦੇ ਨੀਤੀ ਸ਼ਾਸਤਰ ਇਹ ਸਿਖਾਉਂਦੇ ਆ ਕਿ ਬਾਤ वो कीजिए हो जिसके 1000 पहलू, बात वो कीजिए हो जिसके 1000 पहलू, कोई तो पहलू बच जाए बात बदलने के लिए। ਵੀ ਇਹੋ ਜੀ ਗੱਲ ਕਰੋ ਜਦੋਂ ਮੁੱਕਰਨਾ ਹੋਵੇ, ਜਦੋਂ ਗੱਲ ਬਦਲਣੀ ਹੋਵੇ ਤਾਂ ਬਾਹਲੀ ਔਖ ਜੀ ਨਾ ਲੱਗੇ। ਤੇ ਉਹੀ ਗੱਲ ਸਾਡੇ ਸਾਹਮਣੇ ਅੱਜ ਜਦੋਂ ਕੁਝ ਮੀਡੀਆ ਚੈਨਲਾਂ ਦੇ ਉੱਤੇ ਇਸ ਮਸਲੇ ਉੱਤੇ ਚਰਚਾ ਹੋ ਰਹੀ ਸੀ, ਜਦੋਂ ਸਾਡੇ ਵਰਗਿਆਂ ਦੇ ਦਿਮਾਗ ਜਿਹੜੇ ਸੀ ਕਸੂਤੇ ਫਸੇ ਪਏ ਸੀ, ਵੀ ਇੱਕ ਪਾਸੇ ਅਮਿਤ ਸ਼ਾਹ ਕਹਿੰਦਾ ਇਹੋ ਜਿਹੀ ਕੋਈ ਗੱਲ ਹੀ ਨਹੀਂ ਫਾਂਸੀ ਫੂਸੀ ਰੱਦ ਕਰਨ ਵਾਲੀ, ਜੇਲ੍ਹਾਂ 'ਚ ਨਜ਼ਰਬੰਦਾਂ ਦੀ ਰਿਹਾਈ ਵਾਲੀ, ਦੂਜੇ ਪਾਸੇ ਨਵਾਂ ਹੀ ਕੰਮ ਹੈ ਕਿ ਐਡੀ ਵੱਡੀ ਸਰਕਾਰੀ ਚਿੱਠੀ ਪਈ ਆ ਸਾਡੇ ਹੱਥ 'ਚ। ਗੜਬੜ ਕਿੱਥੇ? ਗੜਬੜ ਫਿਰ ਸਾਨੂੰ ਦਿਖਾਈ ਉਹਨਾਂ ਨੇ, ਬਾਤ ਉਹ ਕੀਜੀਏ ਹੋ ਜਿਸਕੇ 1000 ਪਹਿਲੂ। ਕਹਿੰਦੇ ਚਿੱਠੀ 'ਚ ਲਿਖਿਆ ਤਾਂ ਹੋਇਆ ਵੀ ਮੇ ਵੀ ਹੋ ਸਕਦਾ ਨੇ ਸਾਰੀ, ਕਹਿੰਦਾ ਜੀ ਖੇਡ ਬਦਲਤੀ। ਸਾਰੀ ਚਿੱਠੀ 'ਚ ਇਹ ਲਿਖਿਆ ਹੋਇਆ ਕਿ ਆਹ ਬੰਦੇ ਨੇ ਇਹਨਾਂ ਦੀਆਂ ਰਿਹਾਈਆਂ ਕਰਨੀਆਂ ਚਾਹੁੰਦੇ ਆ, ਪਰ ਇੱਕ ਵਿੱਚ ਹੀ ਲਿਖਿਆ ਹੋਇਆ ਨਾ, ਕਹਿੰਦੇ ਵੀ may be granted special remission and death sentence of one Sikh prisoner may be commuted to life imprisonment। ਕਹਿੰਦੇ ਜਿਹੜਾ may be ਲਿਖਿਆ ਹੋਇਆ ਨਾ ਵੀ ਹੋ ਸਕਦਾ ਸਰਕਾਰ ਇਹਨਾਂ ਦੇ 8 ਨਜ਼ਰਬੰਦਾਂ ਨੂੰ ਰਿਹਾ ਕਰ ਦੇਵੇ ਤੇ ਇੱਕ ਦੀ ਫਾਂਸੀ ਜਿਹੜੀ ਹੈ 10 ਤੋਂ ਲੈ ਕੇ ਆ ਪਿਛਲੇ 2 ਮਹੀਨੇ ਸਿੱਖ ਜਿਹੜੇ ਨੇ ਜੁੰਡ ਮਜੁੰਡੀ ਹੋਣ ਨੂੰ ਫਿਰਨ। ਜਿਹੜਾ ਵੀ ਸਿੱਖ ਕਿਹਾ ਕਰੇ ਦੂਜੇ ਨੂੰ ਵੀ ਇਹਨਾਂ ਨੇ ਤਾਂ ਗੁਰੂ ਸਾਹਿਬਾਨ ਨੂੰ ਧੋਖੇ ਦੇਣ ਵੇਲੇ ਨਹੀਂ ਕੋਈ ਕਸਰ ਛੱਡੀ, ਇਹ ਆਪਣੇ ਨਾਲ ਕਿੱਥੇ ਪੂਰੇ ਉਤਰਨਗੇ, ਐਵੇਂ ਨਾ ਬਾਲੇ ਇਹਨਾਂ ਦੇ ਚੱਕਰਾਂ 'ਚ ਪਵੋ। ਜਿਹੜੇ ਸੰਵਿਧਾਨ ਨੂੰ ਆਪਦੀ ਮਨਮਰਜ਼ੀ ਨਾਲ ਵਿਆਖਿਆ ਕਰ ਲੈਂਦੇ ਆ ਤੇ ਬੰਦੇ ਕਲਪਦੇ ਰਹਿ ਜਾਂਦੇ ਆ, ਜਿਹੜੇ ਕਾਨੂੰਨ ਦੀ ਵਿਆਖਿਆ ਆਪਦੀ ਮਨਮਰਜ਼ੀ ਨਾਲ ਕਰ ਲੈਂਦੇ ਆ, ਵੀ ਇਹਨਾਂ ਨੇ ਕਿੱਥੇ ਪੂਰੇ ਉਤਰਨਾ। ਐਵੇਂ ਚਿੱਠੀ ਜੀ ਦੇ ਮਗਰ ਨਾ ਲੱਗੇ ਰਹੋ, ਇਹਨਾਂ ਨੇ ਮੁੱਕਰ ਜਾਣਾ। ਤੇ ਦੂਜੇ ਸਿੱਖ ਜਿਨ੍ਹਾਂ ਨੂੰ ਬੁਖਾਰ ਚੜਿਆ ਹੋਇਆ ਸੀ ਭਾਰਤ ਮਾਤਾ ਕੀ ਜੈ ਵਾਲਾ, ਉਹ ਰਾਸ਼ਟਰਵਾਦੀ ਸਿੱਖ ਜਿਹੜੇ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਆ, ਕਹਿੰਦੇ ਤੁਸੀਂ ਵੱਡੇ ਖਾਲਿਸਤਾਨੀ, ਤੁਸੀਂ ਵੱਡੇ ਪੰਥਕ, ਦੇਖਿਓ ਅਸੀਂ ਤੁਹਾਡੇ ਫਸਾਏ ਹੋਏ ਜਿਹੜੇ ਤੁਸੀਂ ਇਕੱਲਾ ਫਸਾ ਸਕਦੇ ਹੋ, ਅਸੀਂ ਲੈ ਕੇ ਆਵਾਂਗੇ। ਤੇ ਜਿਹੜੇ ਭਾਈ ਪੰਥਕ ਅਤੇ ਖਾਲਿਸਤਾਨੀ ਨਜ਼ਰੀਏ ਵਾਲੇ ਗੁਰਸਿੱਖ ਨੇ, ਉਹ ਕਿਹੜਾ ਚਾਹੁੰਦੇ ਆ ਕਿ ਸੇਲਾਂ 'ਚ ਨਜ਼ਰਬੰਦ ਬੈਠੇ ਰਹਿਣ ਅੰਦਰ? ਉਹ ਕਿਹੜਾ ਚਾਹੁੰਦੇ ਆ ਕਿ ਭਾਈ ਬਲਵੰਤ ਸਿੰਘ ਰਾਜਾਣਾ ਸਦਾ ਲਈ ਅੰਦਰ ਬੈਠਾ ਰਵੇ ਜਾਂ ਫਾਂਸੀ ਚੜ੍ਹ ਜੇ? ਹਰੇਕ ਸਿੱਖ ਦੇ ਸਰਬੱਤ ਦੇ ਭਲੇ ਵਾਲੀ ਸੋਚ ਰੱਖਣ ਵਾਲੇ ਸਿੱਖ ਉਹ ਫਿਰ ਚੁੱਪ ਕਰ ਜਾ ਕਰਨ ਵੀ ਭਾਈ ਹੁਣ ਤੁਹਾਨੂੰ ਕੀ ਕਹੀਏ, ਅਸੀਂ ਬੋਲਦੇ ਤਾਂ ਸੱਚ ਵਾਂ, ਪਰ ਇਸ ਵੇਲੇ ਸਾਡੇ ਕੋਲੇ ਕੋਈ ਸਬੂਤ ਪ੍ਰੂਫ ਨਹੀਂ ਹੈਗਾ ਜਿਹੜਾ ਤੁਹਾਨੂੰ ਅਸੀਂ ਕਹਿ ਸਕੀਏ ਗਰੰਟੀ ਨਾਲ ਕਿ ਇਹ ਗੱਲ ਸਿਰੇ ਨਹੀਂ ਚੜ੍ਹਨੀ, ਉਹਨਾਂ ਨੇ ਮੁੱਕਰ ਜਾਣਾ। ਪਰ ਅੱਜ ਮੁੱਕਰ ਗਏ ਆ। ਅੱਜ ਗੱਲ ਨੰਗੀ ਚਿੱਟੀ ਪਾਰਲੀਮੈਂਟ ਵਿੱਚ ਖੜ ਕੇ ਅਮਿਤ ਸ਼ਾਹ ਨੇ ਕਹਿਤੀ। ਤੇ ਸਾਡੇ ਕਈ ਬੰਦੇ ਬੜੀਆਂ ਵਿਦਵਤਾ ਭਰਪੂਰ ਗੱਲਾਂ ਲਿਖਦੇ, ਬਹੁਤ ਸਿਆਣੇ ਆ। ਕਹਿੰਦੇ 1947 ਮੌਕੇ ਸਿੱਖ ਲੀਡਰਸ਼ਿਪ ਨੇ ਕੋਈ ਲਿਖਤੀ ਇਹਨਾਂ ਤੋਂ ਵਚਨ ਨਹੀਂ ਸੀ ਲਿਆ। ਕਹਿੰਦੇ ਮੰਨ ਲੈਨੇ ਆ ਕਿ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਵਿੱਚ ਦਿੱਲੀ ਦੇ ਵਿੱਚ ਵਾਕਿਆ ਹੀ ਮਹਾਤਮਾ ਗਾਂਧੀ ਨੇ ਇਹ ਵਚਨ ਕੀਤੇ ਹੋਣਗੇ ਬਈ ਭਾਈ ਸਿੱਖੋ ਤੁਸੀਂ ਪਾਕਿਸਤਾਨ ਨਾਲ ਨਾ ਰਲਿਓ, ਤੁਸੀਂ ਭਾਰਤ ਨਾਲ ਹੀ ਰਲਿਓ। ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਅਸੀਂ ਉਹਨਾਂ ਟਾਈਮ ਕੋਈ ਕਾਨੂੰਨ ਪਾਸ ਹੀ ਨਹੀਂ ਕਰਨਾ ਜਿੰਨਾ ਟਾਈਮ ਪਹਿਲੋਂ ਸਿੱਖ ਉਹਨੂੰ ਮਨਜ਼ੂਰੀ ਨਹੀਂ ਕਰਨਗੇ। ਤੁਸੀਂ ਸਾਡੇ ਤੇ ਯਕੀਨ ਕਰੋ, ਕਾਂਗਰਸ ਪਾਰਟੀ ਕਦੇ ਵੀ ਆਪਦੇ ਬਚਨਾਂ ਤੋਂ ਕਹਿੰਦਾ ਫਿਰੂਗੀ ਨਹੀਂ। ਤੇ ਜੇ ਕਾਂਗਰਸ ਪਾਰਟੀ ਮੁੱਕਰਦੀ ਦੇਖੇ ਤਾਂ ਤੁਸੀਂ ਤਲਵਾਰ ਚੱਕ ਲਿਓ, ਤੁਹਾਨੂੰ ਗੁਰੂ ਸਾਹਿਬ ਨੇ ਤਲਵਾਰ ਬਖਸ਼ੀ ਹੋਈ ਆ, ਤੁਸੀਂ ਤਲਵਾਰ ਦੀ ਨੋਕ ਤੇ ਵੀ ਆਪਦੇ ਹੱਕ ਲੈ ਸਕਦੇ। ਹੁਣ ਗਾਂਧੀ ਤਾਂ ਗਾਂਧੀ, ਉਹਨੂੰ ਤਾਂ ਮਹਾਤਮਾ ਕਹਿੰਦੇ ਸੀ, ਤੇ ਮਹਾਤਮਾ ਤੇ ਕੌਣ ਨਾ ਯਕੀਨ ਕਰੇ।
ਖੜਾ ਹੋਵੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਸੰਗਤਾਂ ਨੂੰ ਸੰਬੋਧਨ ਕਰਕੇ ਗਾਂਧੀ ਜਿਹੜਾ ਮਹਾਤਮਾ ਸਮਝਿਆ ਜਾ ਰਿਹਾ ਹੋਵੇ, ਉਹ ਜਦੋਂ ਇਹੋ ਜਿਹੀ ਕੋਈ ਗੱਲ ਕਰੇਗਾ ਜੀ, ਤਾਂ ਗੁਰੂ ਦੇ ਪਿਆਰ ਵਿੱਚ ਰਤੀਆਂ ਹੋਈਆਂ ਸਿੱਖਾਂ ਦੀਆਂ ਉਹ ਬਿਰਤੀਆਂ ਉਸ ਮੌਕੇ ਇਹੀ ਕਹਿਣਗੀਆਂ ਵੀ ਯਕੀਨ ਕਰਨਾ ਚਾਹੀਦਾ। ਕਰ ਲਿਆ ਅਗਲਿਆਂ ਨੇ। ਯਕੀਨ ਕੱਲਾ ਗਾਂਧੀ ਤੇ ਨਹੀਂ ਸੀ ਕੀਤਾ, ਉਹ ਗੁਰੂ ਘਰ ਦੇ ਵਿੱਚ ਖੜ ਕੇ ਕਹਿ ਰਿਹਾ ਸੀ, ਇਸ ਗੱਲ ਤੇ ਕੀਤਾ। ਦੂਜਾ, ਮਿਸਟਰ ਨਹਿਰੂ ਕਲਕੱਤੇ ਦੇ ਵਿੱਚ ਇੱਕ ਬੜੀ ਵੱਡੀ ਸਭਾ ਉੱਥੇ ਕਹਿ ਰਿਹਾ ਸੀ, ਕਹਿੰਦਾ ਵੀ ਸਿੱਖਾਂ ਨੇ ਬੜਾ ਕਸ਼ਟ ਝੱਲਿਆ, ਆਜ਼ਾਦੀ ਸੰਘਰਸ਼ ਵਿੱਚ ਵੀ ਬੜਾ ਇਹਨਾਂ ਦਾ ਯੋਗਦਾਨ ਹੈ, ਤੇ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਉੱਤਰੀ ਭਾਰਤ ਵਿੱਚ, ਜਿੱਥੇ ਪੰਜਾਬ ਅੱਜ ਕੱਲ, ਵੀ ਇੱਥੇ ਇੱਕ ਇਹੋ ਜਿਹਾ ਖਿੱਤਾ ਘੜਾਂਗੇ ਜਿੱਥੇ ਸਿੱਖ ਵੀ ਆਜ਼ਾਦੀ ਦਾ ਨਿੱਘ ਮੰਨਣਗੇ। ਲੋਕਾਂ ਨੂੰ ਸਾਡੇ ਪੰਜਾਬ ਦੇ ਵਿੱਚ ਨਾ ਇੱਕ ਗੱਲ ਕਹੀ ਜਾਂਦੀ ਆ ਵੀ ਖਾਲਕਤ ਦੀ ਆਵਾਜ਼ ਵਿੱਚ, ਦੁਨੀਆ ਦੀ ਆਵਾਜ਼ ਵਿੱਚ ਦਾਤੇ ਦੀ ਅਕਾਲ ਪੁਰਖ ਦੀ ਆਵਾਜ਼ ਹੁੰਦੀ ਹੈ, ਰੱਬ ਦੀ ਆਵਾਜ਼ ਕਹੀ ਜਾਂਦੀ। ਤੇ ਉੱਥੇ ਜਦੋਂ ਇਹ ਗੱਲ ਖਾਲਕਤ ਦੇ ਵਿਚਾਲੇ ਖੜ ਕੇ ਨਹਿਰੂ ਨੇ ਕਹੀ ਤਾਂ ਲੋਕਾਂ ਨੇ ਉਹਨੂੰ ਸੱਚ ਮੰਨ ਲਿਆ ਵੀ ਰੱਬ ਦੀ ਆਵਾਜ਼। ਤੇ ਐਵੇਂ ਹੀ ਗੁਰਦੁਆਰਾ ਸੀਸਗੰਜ ਸਾਹਿਬ ਦੇ ਵਿੱਚ ਜਦੋਂ ਗਾਂਧੀ ਨੇ ਇਹ ਗੱਲ ਕਹੀ ਤਾਂ ਗਾਂਧੀ ਨਾਲੋਂ ਵੱਧ ਸਿੱਖਾਂ ਨੂੰ ਇਹ ਸੀ ਕਿ ਗੁਰਦੁਆਰੇ 'ਚ ਖੜ ਕੇ ਝੂਠ ਥੋੜੀ ਕੋਈ ਬੋਲਦਾ ਹੁੰਦਾ, ਕਿਉਂਕਿ ਸਿੱਖ ਤਾਂ ਝੂਠ ਬੋਲਦੇ ਨਹੀਂ ਗੁਰਦੁਆਰੇ 'ਚ ਖੜ ਕੇ। ਸਿੱਖ ਫਲਸਫੇ ਅਨੁਸਾਰ ਤਾਂ ਇਹ ਬੜਾ ਵੱਡੀ ਕੁਫਰ ਵਾਲੀ ਗੱਲ। ਸੋ ਗਾਂਧੀ ਅਤੇ ਨਹਿਰੂ ਵਰਗਿਆਂ ਦੇ ਬੋਲਾਂ ਉੱਤੇ ਯਕੀਨ ਕਰਕੇ 1947 ਮੌਕੇ ਜਦੋਂ ਸਿੱਖ ਲੀਡਰਸ਼ਿਪ ਨੇ ਪਾਕਿਸਤਾਨ ਦੀ ਬਜਾਏ ਭਾਰਤ ਨਾਲ ਰਲਣ ਦਾ ਫੈਸਲਾ ਕੀਤਾ, ਆਪਦੇ ਉਜਵਲ ਭਵਿੱਖ ਨੂੰ ਸਾਹਮਣੇ ਰੱਖ ਕੇ ਸਾਡੇ ਧਰਮ ਨੂੰ, ਸਾਡੀ ਕੌਮ ਨੂੰ, ਸਾਡੀ ਬੋਲੀ ਨੂੰ, ਸਾਡੇ ਸਿਵਲਾਈਜੇਸ਼ਨ ਨੂੰ, ਸਾਡੇ ਸਾਰੇ ਕਾਸੇ ਨੂੰ ਇੱਥੇ ਪੂਰਾ ਮਾਣ ਸਤਿਕਾਰ ਮਿਲੂਗਾ, ਇਹ ਸੋਚ ਕੇ ਜਦੋਂ 1947 'ਚ ਫੈਸਲਾ ਕੀਤਾ ਤਾਂ ਸਾਡੀ ਕੌਮ ਦੇ ਕਈ ਵਿਚਾਰੇ ਹੁਣ ਤੱਕ ਕਹਿੰਦੇ ਹੁਣ ਤੁਸੀਂ ਟੱਪੀ ਜਾਂਦੇ ਹੋ, ਕਲਪੀ ਜਾਂਦੇ ਹੋ ਵੀ ਉਹਨਾਂ ਨੇ ਵਾਅਦੇ ਨਹੀਂ ਪੂਰੇ ਕੀਤੇ। ਤੁਸੀਂ ਕੋਈ ਲਿਖਾ ਕੇ ਲਿਆ ਸੀ ਉਹਨਾਂ ਤੋਂ? ਕੋਈ ਐਗਰੀਮੈਂਟ ਹੋਇਆ ਸੀ ਤੁਹਾਡਾ? ਲਿਖਤੀ ਸਮਝੌਤਾ ਹੋਇਆ ਸੀ ਵੀ ਜੇਕਰ ਐਂ ਹੋ ਗਿਆ ਤੇ ਐਂ ਕਰਾਂਗੇ, ਤੇ ਜੇ ਆਹ ਨਾ ਹੋਇਆ ਫਿਰ ਐਂ ਕਰਾਂਗੇ? ਕਹਿੰਦੇ ਜੇ ਗਾਂਧੀ ਤੇ ਨਹਿਰੂ ਤੋਂ ਲਿਖ ਕੇ ਲਿਆ ਹੁੰਦਾ ਨਾ, ਫੇਰ ਨਹੀਂ ਸੀ ਮੁੱਕਰ ਸਕਦੇ ਗਾਂਧੀ ਤੇ ਨਹਿਰੂ। ਤੇ ਇਹ ਗੱਲ ਸੁਣਾ ਕੇ ਨਾ ਪਿਛਲੇ 60-70 ਸਾਲਾਂ ਤੋਂ ਲੀਡਰਸ਼ਿਪ ਨੂੰ ਬੜਾ ਜਲੀਲ ਵੀ ਕੀਤਾ ਗਿਆ ਕਿ ਤੁਸੀਂ ਲਿਖਤੀ ਗੱਲ ਨਹੀਂ ਕੀਤੀ, ਤੁਸੀਂ ਨਹਿਰੂ ਤੋਂ ਗਾਂਧੀ ਤੋਂ ਲਿਖਾ ਲੈਂਦੇ। ਨਾ ਤੁਸੀਂ ਗਾਂਧੀ ਤੋਂ ਲਿਖਵਾਇਆ, ਨਾ ਨਹਿਰੂ ਤੋਂ ਲਿਖਵਾਇਆ ਵੀ ਜਿਹੜੇ ਤੁਸੀਂ ਬਚਨ ਕੀਤੇ ਆ, ਤਾਂ ਉਹੀ ਉਹਨੇ ਸਟੇਜਾਂ ਤੋਂ ਗੱਲਾਂ ਕਹਿਤੀਆਂ। ਤੇ ਹੁਣ ਜਦੋਂ ਆਹ ਕਸ਼ਮੀਰ ਦੇ ਵਿੱਚ ਐਤਕੀ ਅਗਸਤ ਮਹੀਨੇ 'ਚ ਸਿਆਪਾ ਪਿਆ, 370 ਧਾਰਾ ਖਤਮ ਕੀਤੀ ਗਈ, ਉਦੋਂ ਫਿਰ ਉਹਨਾਂ ਲੋਕਾਂ ਨੂੰ ਗੱਲ ਨਹੀਂ ਸੀ ਆਉਂਦੀ ਜਿਹੜੇ ਕਹਿੰਦੇ ਸੀ ਸਿੱਖੋ ਤੁਸੀਂ ਲਿਖਵਾਇਆ ਨਹੀਂ। ਫਿਰ ਸਿੱਖਾਂ ਨੂੰ ਮੂੰਹ ਤੋਂ ਬੁੱਲ ਨਾ ਚੱਕ ਹੋਵੇ, ਮੱਖੀ ਨਾ ਉੱਡੇ ਮੂੰਹ ਤੋਂ, ਵੀ ਇਹ ਤਾਂ ਇੰਨੇ ਗਾਹਾਂ ਲੰਘੇ ਹੋਏ ਨੇ, ਲਿਖਤੀ ਕੀਤੀ ਹੋਈ ਸੀ ਗੱਲ। ਕਸ਼ਮੀਰ ਦੇ ਉਸ ਵੇਲੇ ਦੇ ਹਾਕਮਾਂ ਨਾਲ ਲਿਖਤੀ ਤੌਰ ਤੇ ਰਾਜੀਨਾਮੇ ਸਮਝੌਤੇ ਹੋਏ ਸੀ, ਅਗਲੇ ਉਹਨਾਂ ਤੋਂ ਠਾਹ ਦੇਣੇ ਮੁੱਕਰ ਕੇ, ਉਹਨੂੰ ਸਾਰੇ ਕਾਸੇ ਨੂੰ ਪਿੱਛੇ ਸੁੱਟ ਕੇ ਅਗਲਿਆਂ ਨੇ ਗੱਲ ਕੁਝ ਹੋਰ ਹੀ ਬਣਾਤੀ। ਜਿਹੜੇ ਲਿਖਤਾਂ ਤੋਂ ਮੁੱਕਰ ਜਾਂਦੇ ਨੇ, ਜਿਹੜੇ ਚੇਤੇ ਕਰੋ ਅਨੰਦਪੁਰ ਸਾਹਿਬ ਦੇ ਘੇਰੇ ਦੀ ਗੱਲ, ਆਟੇ ਦੀਆਂ ਗਊਆਂ ਬਣਾ ਕੇ ਭੇਜੀਆਂ ਸੀਗੀਆਂ ਗੁਰੂ ਪਾਤਸ਼ਾਹ ਦੇ ਕੋਲ, ਕਹਿੰਦੇ ਕਿਲਾ ਛੱਡ ਜਾਓ, ਤੁਹਾਡੇ ਤੇ ਕੋਈ ਅਟੈਕ ਨਹੀਂ ਕਰਾਂਗੇ, ਬਸ ਸਾਡੀ ਰਹਿ ਜਾਊਗੀ, ਕਹਿੰਦੇ ਜੇ ਕਿਲਾ ਛੱਡ ਦਿਓਗੇ, ਅਸੀਂ ਤੁਹਾਨੂੰ ਕਹਿ ਕੇ ਕੁਝ ਲੈਣਾ ਕੀ ਹੈ। ਸਿੱਖਾਂ ਨੇ ਗੁਰੂ ਪਾਤਸ਼ਾਹ ਨੂੰ ਜਦੋਂ ਆਖਿਆ ਵੀ ਆਪਾਂ ਮੰਨ ਲਈਏ ਗੱਲ, ਤਾਂ ਗੁਰੂ ਪਾਤਸ਼ਾਹ ਕਹਿੰਦੇ ਵੀ ਦੇਖੋ ਮੈਨੂੰ ਤਾਂ ਉਹਨਾਂ ਤੇ ਯਕੀਨ ਨਹੀਂ, ਪਰ ਤੁਸੀਂ ਕਹਿੰਦੇ ਹੋ ਤਾਂ ਚੈੱਕ ਕਰ ਲੈਂਦੇ ਆ। ਚੈੱਕ ਵੀ ਕੀਤਾ, ਪਰ ਫੇਰ ਵੀ ਸਿੱਖ ਨਹੀਂ ਟਲੇ। ਅੰਤ ਜੋ ਕੁਝ ਹੋਇਆ ਉਹ ਆਪਣੇ ਸਾਹਮਣੇ ਆ, ਤੇ ਜੋ ਕੁਝ ਝੱਲਿਆ ਕੌਮ ਨੇ ਉਹ ਵੀ ਆਪਣੇ ਸਾਹਮਣੇ ਆ।
ਪਿਛਲੀਆਂ 5-5.5 ਸਦੀਆਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਅੱਜ ਤੱਕ ਕਿਹੜਾ ਉਹ ਪਲ ਵਾ, ਕਿਹੜਾ ਉਹ ਟਾਈਮ ਜਦੋਂ ਉਹਨਾਂ ਨੇ ਕੋਈ ਕਮਿਟਮੈਂਟ, ਕੋਈ ਵਚਨ ਜਿਹੜਾ ਹੈ ਉਹ ਪੂਰਾ ਕੀਤਾ ਹੋਵੇ। ਸੁਣਦੇ ਜ਼ਰੂਰ ਆ ਬਈ ਪ੍ਰਾਣ ਜਾਏ ਪਰ ਬਚਨ ਨਾ ਜਾਈ, ਰਘੁਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਬਚਨ ਨਾ ਜਾਏ। ਇੱਧਰ ਤਾਂ ਪੰਜਾਬ ਦੇ ਚੱਪੇ ਚੱਪੇ ਉੱਤੇ ਫੌਜ ਜਿਹੜੀ ਸੀ ਲੋਕਾਂ ਦੇ ਘਰਾਂ ਦੇ ਦਰਾਂ ਦੇ ਮੂਹਰੇ ਖੜਦੀ ਜਾ ਰਹੀ ਸੀ, ਦਰਬਾਰ ਸਾਹਿਬ ਨੂੰ ਘੇਰਾ ਪਾ ਰਹੀ ਸੀ 5 ਜੂਨ ਦੇ ਮਹੀਨੇ, ਜਦੋਂ ਜੂਨ 84 ਨੂੰ। ਤੇ ਦੂਜੇ ਪਾਸੇ ਬੀਬੀ ਇੰਦਰਾ ਜਿਹੜੀ ਸੀ ਉਹ ਟੀਵੀ ਦੇ ਉੱਤੇ ਖੜ ਕੇ ਐਂ ਬੋਲ ਰਹੀ ਸੀ ਜਿਵੇਂ ਹੁਣੀ ਤਾਜੀ ਸਤਸੰਗ ਚੋਂ ਉੱਠ ਕੇ ਆਈ ਹੁੰਦੀ। ਤੇ ਗੱਲਾਂ ਕੀ ਕਹਿ ਰਹੀ ਸੀ ਮਾਤਾ ਉੱਥੇ ਉਹ ਬੀਬੀ ਇੰਦਰਾ? ਨਫ਼ਰਤ ਡੋਲੋ, ਖੂਨ ਮਤ ਡੋਲੋ। ਐਂ ਲੱਗੇ ਬਸ ਕੋਈ ਖਾਸ ਗੱਲ ਨਹੀਂ ਹੋਣ ਲੱਗੀ। ਅਸੀਂ ਉਦੋਂ ਨਿੱਕੇ ਨਿੱਕੇ ਸੀਗੇ, ਅਸੀਂ ਟੈਲੀਵਿਜ਼ਨਾਂ ਦੇ ਮੂਹਰੇ ਐਂ ਦੜ ਕੇ ਬੈਠੇ ਵੀ ਪਤਾ ਨਹੀਂ ਕਿੱਡੀ ਕਿਹਨੇ ਸਾਨੂੰ ਕੋਈ ਮੱਤ ਦੇ ਜਾਣੀ ਹੈ। ਦੂਜੇ ਦਿਨ ਪਤਾ ਲੱਗਿਆ ਕਰਫਿਊ ਲੱਗ ਚੁੱਕਿਆ ਵਾ। ਉਧਰੋਂ ਬੀਬੀ ਬੋਲ ਰਹੀ ਸੀ, ਉਧਰੋਂ ਕਰਫਿਊ ਲਾਇਆ ਜਾ ਰਿਹਾ ਸੀ। ਕਰਫਿਊ ਲਾ ਕੇ ਸਿੱਖਾਂ ਨੂੰ ਘਰਾਂ 'ਚ ਤਾੜ ਕੇ ਜਿਵੇਂ ਸਿੱਖਾਂ ਦੇ ਦਿਲ ਉੱਤੇ ਵਾਰ ਕੀਤਾ ਗਿਆ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਉੱਤੇ। ਇਹ ਉਹੀ ਬੀਬੀ ਇੰਦਰਾ ਸੀ ਜਿਹਦੇ ਬਾਰੇ ਅਜੇ 5-7 ਸਾਲ ਪਹਿਲਾਂ ਸਾਡੇ ਸਿੱਖਾਂ ਨੂੰ ਬੜਾ ਬੁਖਾਰ ਚੜਿਆ। ਅਖੇ ਜੀ ਬੀਬੀ ਇੰਦਰਾ ਨੇ ਤਾਂ ਆਪਦਾ ਪੁੱਤ ਸੰਜੇ ਗਾਂਧੀ ਸਿੱਖਾਂ ਦੀ ਕੁੜੀ ਨੂੰ ਵਿਆਹਿਆ, ਬੜਾ ਕਰਦੀ ਆ ਕਹਿੰਦੇ ਸਿੱਖਾਂ ਦਾ। ਪਰ ਕਾਹਨੂੰ? ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਮਨਾਏ ਜਾ ਰਹੇ ਸੀ, ਦਿੱਲੀ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਆਈ ਆਪਦਾ ਲਾਮ ਲਸ਼ਕਰ ਲੈ ਕੇ ਬੀਬੀ ਇੰਦਰਾ, ਤੇ ਲੀਡਰਾਂ ਨੇ ਚਮਚਾਗਿਰੀ ਦੇ ਤਹਿਤ ਬੜੇ ਉਹਦੇ ਉਪਰਾਲੇ ਜੇ ਇੱਜ਼ਤ ਜੀ ਕੀਤੀ। ਜਦੋਂ ਖੜੇ ਹੋ ਗਏ ਖਾਸ ਸਤਿਕਾਰ ਦੇਖ ਕੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਹਿ ਦਿੱਤਾ ਕਿ ਇਹ ਗੱਲਾਂ ਇੱਥੇ ਕੀਤੀਆਂ ਜਾ ਰਹੀਆਂ ਨੇ ਕਿ ਦਿੱਲੀ ਦੇ ਤਖਤ ਤੋਂ ਕਿਸੇ ਵੇਲੇ ਸਿੱਖਾਂ ਦੇ ਕਤਲੇਆਮ ਦੇ ਐਲਾਨ ਹੁੰਦੇ ਸੀ, ਫਰਮਾਨ ਜਾਰੀ ਹੁੰਦੇ ਸੀ। ਤੇ ਹੁਣ ਉਸੇ ਦਿੱਲੀ ਦੇ ਤਖਤ ਉੱਤੇ ਬੈਠੀ ਬੀਬੀ ਇੰਦਰਾ ਜਿਹੜੀ ਆ, ਉਹਨਾਂ ਨੇ ਸਿੱਖਾਂ ਨਾਲ ਰਿਸ਼ਤੇਦਾਰੀ ਪਾਈ ਆ, ਵਿਆਹ ਕੀਤਾ ਵੀ ਬੜੀ ਵਧੀਆ ਗੱਲ। ਪਰ ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਕਹਿੰਦੇ ਉਹ ਭਾਈ ਇਹ ਤਾਂ ਉਹ ਬਿਰਤੀ ਆ ਜਿਹੜੀ ਰਾਜਪੂਤਾਂ ਨੇ ਅਪਣਾਈ ਸੀ, ਮੁਗਲਾਂ ਪਠਾਣਾ ਦੇ ਘਰਾਂ 'ਚ ਆਪਦੀਆਂ ਧੀਆਂ ਭੈਣਾਂ ਦੇ ਰਿਸ਼ਤੇ ਕਰਕੇ ਰਾਜਗੱਦੀਆਂ ਮਾਨਣ ਵਾਲੀ। ਇਹ ਬਿਰਤੀ ਸਾਨੂੰ ਮਨਜ਼ੂਰ ਨਹੀਂ। ਕਹਿੰਦੇ ਜੇਕਰ ਜਿਹੜਾ ਕੁਛ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਤੇ ਸਿੱਖਾਂ ਨੇ ਇਹਨਾਂ ਹਿੰਦੂਆਂ ਪੰਡਤਾਂ ਬ੍ਰਾਹਮਣਾਂ ਨਾਲ, ਜੋ ਭਾਰਤ ਦੇ ਲੋਕਾਂ ਨਾਲ ਜੋ ਕੁਛ ਘਾਲਣਾ ਸਿੱਖਾਂ ਨੇ ਘਾਲੀ ਆ, ਜੋ 9ਵੇਂ ਪਾਤਸ਼ਾਹ ਦੀ ਸ਼ਹਾਦਤ ਆ ਨਾ, ਉਹਦਾ ਦੇਣ ਕਿਸੇ ਵੀ ਤਰ੍ਹਾਂ ਇਹ ਲੋਕ ਦੇ ਨਹੀਂ ਸਕਦੇ। ਉਹ ਬੜੀ ਵੱਡੀ ਗੱਲ ਹੈ, ਬਹੁਤ ਵੱਡੀ ਗੱਲ। ਸੋ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸ਼ਹੀਦੀ ਪੁਰਬ ਮੌਕੇ ਇਹ ਭਾਣਾ ਵਾਪਰਿਆ ਸੀ, ਉਹਦਾ ਦਿਲ 'ਚ ਉਦੋਂ ਦੀ ਰੱਖੀ ਬੈਠੀ ਸੀ ਵੀ ਆ ਟਕਸਾਲ ਵਾਲੇ ਇਹ ਜਿਹੜੇ ਸਿੱਖ ਨੇ ਨਾ, ਇਹਨਾਂ ਨੂੰ ਮੈਂ ਸਬਕ ਸਿਖਾਉਣਾ। ਤੇ ਉਹ ਸਬਕ ਸਿਖਾਉਣ ਦੇ ਯਤਨਾਂ ਦੇ ਵਿੱਚ 1984 'ਚ ਜਿੱਦਣ ਉਹਨੇ ਪੰਗਾ ਲਿਆ ਸੀ, ਉਦਣ ਵੀ ਉਹ ਭੋਲੂ ਜੇ ਸਿੱਖ ਜਿਹੜੇ ਕਾਂਗਰਸੀ ਸੀ ਉਹਨਾਂ ਨੂੰ ਹੀ ਉਹਨੇ ਸਿੱਖ ਸਮਝ ਲਿਆ। ਉਹਨੂੰ ਪਤਾ ਹੀ ਨਹੀਂ ਸੀਗਾ ਵੀ ਗਾਹਾਂ ਬੇਅੰਤ ਸਿੰਘ ਤੇ ਸਤਵੰਤ ਸਿੰਘ ਵਰਗੇ ਵੀ ਟੱਕਰ ਸਕਦੇ ਆ। ਉਹਨੇ ਸਾਰੇ ਉਹੋ ਜਿਹੇ ਸਮਝੇ ਜਿਹੇ ਜਿਹੇ ਉਹਨੂੰ ਮਿਲਦੇ ਸੀ ਵੀ ਕੋਈ ਗੱਲ ਹੀ ਨਹੀਂ ਜੀ, ਇਹ ਕਿੱਡੀ ਕੁ ਗੱਲ ਆ। ਜੇ ਤੁਹਾਡਾ ਜੀ ਕਰਦਾ ਤੁਸੀਂ ਇਸ ਗੱਲ ਨਾਲ ਖੁਸ਼ ਹੁੰਨੇ ਹੋ ਨਾ ਅਕਾਲ ਤਖਤ ਢਹਿ ਜਾਵੇ ਤਾਂ ਢਾਹ ਲਓ ਜੀ, ਕੋਈ ਗੱਲ ਨਹੀਂ, ਸਿੱਖਾਂ ਦੇ ਅਸੀਂ ਸਿੱਖ ਹੀ ਬੜੇ ਸੀਗੇ ਲੋਕ ਇਹ ਜੀ। ਉਹਨੇ ਸਾਰੇ ਉਹ ਜਿਹੜਾ ਸਕ੍ਰਿਪਰਸ ਕੰਪਨੀ ਵਾਲਾ ਸੀ ਇੱਕ, ਉਹੋ ਜਿਹੇ ਸਾਰੇ ਸਿੱਖ ਸਮਝ ਲਏ ਜਿਹਨੂੰ ਠੇਕਾ ਦਿੱਤਾ ਸੀ ਵੀ ਅਕਾਲ ਤਖਤ ਢਹਿ ਗਿਆ, ਤੂੰ ਬਣਾ ਦੇ 4 ਪੈਸੇ ਕਮਾ ਲਾ। ਸਰਕਾਰੀ ਠੇਕੇਦਾਰ ਸੀ। ਉਹਨੇ ਜਿਹੜੇ ਸਿੱਖ ਮਿਲੇ ਉਹਨੂੰ ਦੇਖੇ, ਉਹਨੇ ਉਹੋ ਜਿਹੇ ਦੇਖੇ ਸੀ ਤੇ ਉਹੋ ਜਿਹਾ ਸਮਝ ਲਿਆ ਤੇ ਪੰਗਾ ਬੈਠੀ ਲੈ। ਮੁੜ ਕੇ ਫਿਰ ਕਹਿੰਦੇ ਵੀ ਬੜਾ ਔਖਾ ਸਮਾਂ ਸੀ, ਲਾਸ਼ ਜਿਹੜੀ ਸੀ ਉਹ ਦੇਖ ਨਹੀਂ ਸੀ ਹੁੰਦੀ। ਸੋ ਮਨੁੱਖ ਜਿਹੜਾ ਹੈ ਉਹ ਜਦੋਂ
ਕੁਝ ਕਰਦਾ ਤਾਂ ਉਹਦਾ ਲੇਖਾ ਤਾਂ ਦੇਣਾ ਹੀ ਪੈਂਦਾ। ਲੇਖਾ ਹਰੇਕ ਨੂੰ ਦੇਣਾ ਪੈਂਦਾ। ਵੇਦ ਸ਼ਾਸਤਰ, ਪ੍ਰਾਤਨ ਗ੍ਰੰਥ ਜਿਹੜਾ ਮਰਜ਼ੀ ਚੱਕ ਲਓ, ਲੇਖਾ ਤਾਂ ਹਰੇਕ ਨੂੰ ਦੇਣਾ ਪੈਂਦਾ। ਲੇਖਾ ਇੰਦਰਾ ਨੇ ਵੀ ਦਿੱਤਾ ਤੇ ਲੇਖਾ ਬੇਅੰਤ ਸਿੰਘ ਨੇ ਵੀ ਦਿੱਤਾ। 1978 ਤੋਂ ਬਾਅਦ ਸਾਡਾ ਇਤਿਹਾਸ ਇੱਕ ਨਵੇਂ ਰੂਪ ਵਿੱਚ, ਨਵੇਂ ਸਰੂਪ ਵਿੱਚ ਚੱਲੇ। ਉਹਦੇ ਵਿੱਚ ਕਈ ਵਾਧੇ ਘਾਟੇ ਆਏ, ਕਈ ਮੋੜ ਘੋੜ ਆਏ ਤੇ ਕਈ ਅੱਗੇ ਆਉਣਗੇ, ਪਰ ਇੱਕ ਕੌਮ ਦੇ ਰੂਪ ਦੇ ਵਿੱਚ ਸਾਡੀ ਪਛਾਣ ਬਣੀ। ਅੱਜ ਸਾਨੂੰ ਦੁਨੀਆ ਜਾਣਦੀ ਆ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਇੰਡੀਆ ਦੇ ਵਿੱਚ, ਜਿਵੇਂ ਯਹੂਦੀਆਂ ਨੂੰ ਕਤਲੇਆਮ ਕਿਸੇ ਟਾਈਮ ਨਸਲਕੁਸ਼ੀ ਹੁੰਦੀ ਸੀ, ਉਵੇਂ ਇਹਨਾਂ ਦੀ ਆਇਡੈਂਟੀਟੀ, ਉਵੇਂ ਇਹਨਾਂ ਦਾ ਧਰਮ, ਬੋਲੀ, ਸੱਭਿਆਚਾਰ ਜਿਹੜਾ ਹੈ, ਇਹਨਾਂ ਦੇ ਮਨੁੱਖੀ ਹੱਕ ਜਿਹੜੇ ਆ ਉਹ ਦਰੜੇ ਜਾ ਰਹੇ, ਇਹਨਾਂ ਨੂੰ ਮਲੀਆ ਮੇਟ ਕੀਤਾ ਜਾ ਰਿਹਾ। ਇਹਨਾਂ ਦਾ ਸਰਬਨਾਸ਼, ਇਹਨਾਂ ਦੀ ਕੁੱਲ ਨਾਸ਼ ਕਰਨ ਦੇ ਲਈ, ਇਹਨਾਂ ਦੀ ਨਸਲਕੁਸ਼ੀ ਕਰਨ ਦੇ ਲਈ ਯਤਨ ਹੋ ਰਹੇ। ਸੋ ਭਾਰਤੀ ਹਕੂਮਤੀ ਮਸ਼ੀਨਰੀ ਦੇ ਜਿਹੜੇ ਪੁਰਜੇ ਆ, ਚਾਹੇ ਅਮਿਤ ਸ਼ਾਹ ਹੋਵੇ ਤੇ ਚਾਹੇ ਹੋਵੇ ਰਵਨੀਤ ਬਿੱਟੂ ਤੇ ਚਾਹੇ ਕੋਈ ਹੋਰ ਹੋਵੇ, ਇਹ ਸਾਰੇ ਰਲੇ ਮਿਲੇ ਨੇ। ਐਵੇਂ ਕੋਈ ਕਾਂਗਰਸੀ ਮੰਨੀ ਜਾਵੇ ਤੇ ਕੋਈ ਅਕਾਲੀ ਮੰਨੀ ਜਾਵੇ ਤੇ ਕੋਈ ਮੰਨੀ ਜਾਵੇ ਭਾਜਪਾ ਵਾਲਾ ਤੇ ਕੋਈ ਆਮ ਆਦਮੀ ਪਾਰਟੀ ਵਾਲਾ। ਇਹਨਾਂ ਸਾਰਿਆਂ ਲਈ ਉਹ ਸਾਰੇ ਮਾੜੇ ਤੇ ਭੈੜੇ ਨੇ ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਆ। ਇਹਨਾਂ ਲਈ ਵਧੀਆ ਉਹ ਨੇ ਜਿਹੜੇ ਕਹਿੰਦੇ ਆ ਸਿੱਖੀ ਪਵੇ ਢੱਠੇ ਖੂਹ 'ਚ, ਸਾਨੂੰ ਤਾਂ ਕੁਰਸੀ ਚਾਹੀਦੀ ਹੈ, ਸਾਡੀ ਤਾਂ ਕਾਰ ਉੱਤੇ ਝੰਡੀ ਲਾ ਦਿਓ, ਸਾਨੂੰ ਵਧੀਆ ਕੋਠੀ ਚਾਹੀਦੀ ਆ, ਮੇਰਾ ਮੁੰਡਾ SDO ਭਰਤੀ ਕਰਾ ਲਓ, ਮੇਰੀ ਕੁੜੀ ਕਿਤੇ ਵਧੀਆ ਪੋਸਟ ਤੇ ਲਾ ਦਿਓ, ਮੇਰੇ ਮਾਮੇ ਦਾ ਮੁੰਡਾ ਉੱਥੇ ਐਡਜਸਟ ਕਰਾ ਦਿਓ, ਚਾਹੇ ਸਿੱਖੀ ਸਾਰੀ ਮਾਰ ਦਿਓ, ਮੈਨੂੰ ਕੀ। ਮੈਨੂੰ MLA MP ਸ਼੍ਰੋਮਣੀ ਕਮੇਟੀ ਮੈਂਬਰ, ਪਿੰਡ ਦਾ ਸਰਪੰਚ, ਕੋਈ ਲੰਬੜਦਾਰ, ਕੋਈ ਪੂਛ ਪਾਛ ਲਾ ਦਿਓ, ਮੈਨੂੰ ਕੀ ਜੀ। ਸਿੱਖੀ ਅੱਜ ਮਰਦੀ ਆ, ਕੱਲ ਮਰੇ, ਕੱਲ ਮਰਦੀ ਆ, ਅੱਜ ਮਰੇ। ਇਹਨਾਂ ਨੂੰ ਉਹ ਸਿੱਖ ਵਧੀਆ ਲੱਗਦੇ। ਉਹ ਸਿੱਖ ਜਿਹੜੇ ਧਰਮ ਨੂੰ ਪਿਆਰ ਕਰਦੇ ਆ, ਜਿਹੜੇ ਸਿੱਖੀ ਨੂੰ ਪਿਆਰ ਕਰਦੇ ਆ, ਬੋਲੀ ਨੂੰ ਪਿਆਰ ਕਰਦੇ ਆ, ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਆ, ਉਹਨਾਂ ਨੂੰ ਤਾਂ ਫਿਰ ਕਹਿੰਦੇ ਆ ਵੀ ਇਹ ਤਾਂ ਸਾਰੇ ਦੇ ਸਾਰੇ ਜਿਹੜੇ ਆ ਨਾ ਚੋਟੀ ਦੇ ਦਹਿਸ਼ਤਗਰਦ ਨੇ। ਚਾਹੇ ਉਹ ਬੰਦੇ ਨੇ ਕੀੜੀ ਨਾ ਮਾਰੀ ਹੋਵੇ ਜ਼ਿੰਦਗੀ ਦੇ ਵਿੱਚ, ਉਹ ਬੰਦਾ ਗੁਣੀ ਗਿਆਨੀ, ਪਾਠ ਕਰਨ ਵਾਲਾ, ਧਰਮ ਕਰਨ ਵਾਲਾ, ਕੋਈ ਆਮ ਗੁਰਸਿੱਖ ਪਿਆਰਾ ਹੋ ਸਕਦਾ ਜਿਹਨੇ ਕਦੇ ਇੰਨੀ ਗੱਲ ਹੀ ਜੇ ਕਹਿਤੀ ਨਾ ਵੀ ਸਿੱਖੀ ਨੂੰ ਅੱਜ ਜਿੰਨਾ ਖਤਰਾ ਬ੍ਰਾਹਮਣਵਾਦ ਤੋਂ ਆ, ਓਨਾ ਖਤਰਾ ਤਾਂ ਮੁਗਲਾਂ ਪਠਾਣਾ ਵੇਲੇ ਵੀ ਨਹੀਂ ਸੀ ਹੋਇਆ, ਕਿਉਂਕਿ ਉਦੋਂ ਸਰੀਰ ਦਾ ਕਤਲੇਆਮ ਹੁੰਦਾ। ਅੱਜ ਸਿਧਾਂਤ ਦਾ ਕਤਲੇਆਮ ਹੋ ਰਿਹਾ। ਅੱਜ ਸਾਡੀ ਬਾਣੀ, ਸਾਡਾ ਬਾਣਾ, ਸਾਡੇ ਸਿਧਾਂਤ, ਸਾਡੀਆਂ ਰਵਾਇਤਾਂ, ਸਾਡੀਆਂ ਪਰੰਪਰਾਵਾਂ, ਸਾਡੀ ਮਰਿਆਦਾ, ਸਾਡਾ ਸਾਰਾ ਕੁਝ ਖਤਰੇ 'ਚ। ਇੰਨੀ ਗੱਲ ਕਹੀ ਨਹੀਂ ਤੇ ਕਹਿੰਦੇ ਆ ਇਹਦੇ ਅੰਦਰ ਕੁਝ ਬੋਲਦਾ। ਫਿਰ ਰਾਤੋਂ ਰਾਤੀ ਉਹ ਹਿੰਦੂ ਸਿੱਖ ਏਕਤਾ ਦਾ ਦੁਸ਼ਮਣ, ਰਾਤੋਂ ਰਾਤੀ ਉਹ ਪਾਕਿਸਤਾਨ ਦਾ ਏਜੰਟ, ਦਹਿਸ਼ਤਗਰਦ, ਖੂਨੀ, ਦਰਿੰਦਾ, ਕਾਤਲ। ਫਿਰ ਜਿਹੜਾ ਕੁਝ ਵੀ ਉਹਦੇ ਬਾਰੇ ਕਿਹਾ ਜਾਵੇ ਓਨਾ ਹੀ ਘੱਟ ਆ। ਫਿਰ ਭਾਰਤ ਦੇ ਟੈਲੀਵਿਜ਼ਨ ਚੈਨਲ, ਮੀਡੀਆ ਲਗਾਤਾਰ ਭੰਡੀ ਪ੍ਰਚਾਰ ਕਰਦਾ। ਸੋ ਅੱਜ ਜਿਹੜਾ ਭਾਰਤ ਦੇ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਨੇ ਰਾਜੋਆਣੇ ਦੀ ਫਾਂਸੀ ਨੂੰ ਬਹਾਲ ਰੱਖਣ ਦਾ ਐਲਾਨ ਕੀਤਾ, ਉਹ ਉਸੇ ਲੜੀ ਵਿੱਚ ਸਮਝਿਆ ਜਾਵੇ ਜਿਹੜੀ ਲੜੀ ਪਹਿਲੇ ਦਿਨ ਤੋਂ ਝੂਠ, ਕਪਟ, ਧੋਖੇ, ਪਿੱਠ ਤੇ ਵਾਰ ਕਰਨ ਦੀ ਜਿਹੜੀ ਰਵਾਇਤ ਚੱਲੀ ਆਉਂਦੀ ਹੈ। ਕਿੱਡਾ ਯਕੀਨ ਸੀ ਸਿੱਖਾਂ ਨੂੰ ਵੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ, ਮੋਦੀ ਸਰਕਾਰ ਬੜੀ ਵਧੀਆ, ਇਹਨੇ ਜੇਲ੍ਹਾਂ 'ਚ ਨਜ਼ਰਬੰਦ ਵੀ ਰਿਹਾ ਕਰ ਦੇਣੇ ਆ, ਰਾਜੋਆਣੇ ਦੀ ਫਾਂਸੀ ਵੀ ਰੱਦ ਕਰ ਦੇਣੀ ਆ, ਉਮਰ ਕੈਦ 'ਚ ਬਦਲ ਦੇਣੀ ਆ, ਤੇ ਚਿੱਟੀਆਂ ਜਿਹੜੀਆਂ ਕਾਲੀਆਂ ਸੂਚੀਆਂ ਨੇ ਉਹ ਵੀ ਖਤਮ ਹੋ ਜਾਣੀਆਂ। ਤੇ ਜਿਹੜੇ ਇੰਦਰਾ ਗਾਂਧੀ ਦੇ ਨਾਂ ਤੇ 에ਅਰਪੋਰਟ ਬਣਿਆ ਹੋਇਆ, ਕਹਿੰਦੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੇ ਬਣ ਜਾਣਾ। ਅਸੀਂ ਉਦਣ ਵੀ ਇਹ ਗੱਲ ਕਹੀ ਸੀ ਵੀ ਉਹ ਚਾਹੁੰਦੇ ਇਹ ਨੇ ਕਿ ਜਿਹੜਾ ਸਿੱਖੀ ਦਾ ਬੀਜ ਨਾਸ਼ ਕਰਨ ਵਾਲਾ ਸਾਡਾ ਏਜੰਡਾ, ਜਿਹਦੇ ਵਿੱਚੋਂ ਤੁਸੀਂ ਕੱਢੀ ਆ ਖਾਲਿਸਤਾਨ ਦੀ ਲਹਿਰ, ਇਹ ਛੱਡ ਦੋ, ਤੁਹਾਡੇ ਅਸੀਂ ਬੰਦੇ ਸਾਰੇ ਛੱਡ ਦਿੰਨੇ। ਸੂਚੀਆਂ ਸਾਚੀਆਂ ਫਿਰ ਸੂਚੀਆਂ ਬਣਾਉਣੀਆਂ ਕਾਹਤੋਂ ਆ ਜਦੋਂ ਕੋਈ ਖਾਲਿਸਤਾਨ ਦੀ ਗੱਲ ਹੀ ਨਹੀਂ ਕਰੂਗਾ ਜੀ। ਅੱਜ ਸਿੱਖ ਕੌਮ ਖਾਲਿਸਤਾਨ ਦੀ ਗੱਲ ਕਰਨੀ ਬੰਦ ਕਰ ਦੇਵੇ, ਅੱਜ ਸਿੱਖ ਕੌਮ ਇਹ ਐਲਾਨ ਕਰ ਲਵੇ
ਕਿ ਅੱਜ ਤੋਂ ਬਾਅਦ ਨਹੀਂ ਕਵਾਂਗੇ ਰਾਜ ਕਰੇਗਾ ਖਾਲਸਾ। ਅਰਦਾਸ ਤੋਂ ਬਾਅਦ ਕਹਿੰਦੇ ਆ ਨਾ ਸਾਰੇ, ਰਾਜ ਕਰੇਗਾ ਖਾਲਸਾ। ਅੱਜ ਸਿੱਖ ਇਹ ਫੈਸਲਾ ਕਰ ਲੈਣ ਵੀ ਅਸੀਂ ਕੇਸਾਧਾਰੀ ਹਿੰਦੂ ਮੰਨਣ ਨੂੰ ਤਿਆਰ ਹਾਂ। ਆਪਦੇ ਆਪ ਨੂੰ ਅਸੀਂ ਮੰਨਣ ਨੂੰ ਤਿਆਰ ਹਾਂ ਵੀ ਗੁਰੂ ਗ੍ਰੰਥ ਸਾਹਿਬ ਪੰਜਵਾਂ ਵੇਦ ਆ। ਅਸੀਂ ਮੰਨਣ ਨੂੰ ਤਿਆਰ ਹਾਂ ਵੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਾਰੇ ਦੇ ਸਾਰੇ ਗੁਰੂ ਸਾਹਿਬਾਨ, ਸਾਰੇ ਦੇ ਸਾਰੇ ਸਿੱਖ ਜਿਹੜੇ ਅਸੀਂ ਹਿੰਦੂਆਂ ਦੀ ਅੰਸ਼ ਵੰਸ਼, ਹਿੰਦੂਆਂ ਦਾ ਹੀ ਹਿੱਸਾ। ਇੰਨੀਆਂ ਕੁ ਗੱਲਾਂ ਕਹਿੰਦੇ ਮੰਨ ਲਓ, ਫਿਰ ਨਾ ਤੁਹਾਡੀ ਕੋਈ ਕਾਲੀ ਸੂਚੀ ਬਣੇ ਤੇ ਨਾ ਚਿੱਟੀ ਤੇ ਨਾ ਕੋਈ ਲਾਲ ਤੇ ਨਾ ਕੋਈ ਨੀਲੀ। ਉਹਨਾਂ ਨੂੰ ਤੁਹਾਡੇ ਗਾਤਰੇ ਕਿਰਪਾਨਾਂ ਤੋਂ ਥੋੜੀ ਡਰ ਲੱਗਦਾ। ਉਹ ਤਾਂ ਕਹਿੰਦੇ 2-3 ਹੋਰ ਪਾ ਕੇ ਰੱਖੋ ਸਾਨੂੰ ਕਿ ਪਰ ਸਾਡੇ ਤੁਸੀਂ ਪਿੱਠੂ ਬਣ ਜਾਓ। ਆ ਜਿਹੜਾ ਤੁਸੀਂ ਕਹਿੰਦੇ ਹੋ ਨਾ ਸਿੱਖ ਇੱਕ ਵੱਖਰੀ ਕੌਮ ਆ, ਇਹ ਗੱਲ ਕਹਿੰਦਾ ਮੁਕਾ ਦੋ, ਬਾਕੀ ਚੱਕਰ ਹੀ ਕੋਈ ਨਹੀਂ। ਤੇ ਜਿੱਦਣ ਸਿੱਖਾਂ ਨੇ ਇਹ ਉਹਨਾਂ ਦੇ ਲਈ ਹੈਗਾ ਕਿੱਡੀ ਕੁ ਗੱਲ ਆ, ਮਾਮੂਲੀ ਗੱਲ ਸਮਝਦੇ ਆ ਉਹ ਇਹਨੂੰ। ਤੇ ਕਹਿੰਦੇ ਅਸੀਂ ਤੁਹਾਨੂੰ ਫਿਰ ਸਾਰੇ ਜੇਲ੍ਹਾਂ 'ਚ ਨਜ਼ਰਬੰਦ ਵੀ ਛੱਡ ਦਿਆਂਗੇ, ਫਾਂਸੀਆਂ ਫੂਸੀਆਂ ਵੀ ਨਿਬੇੜਾ ਪਰੋ। ਤੇ ਸਾਡੇ ਬਹੁਤ ਸਾਰੇ ਬੰਦੇ ਕਹਿੰਦੇ ਨੇ ਅਸੀਂ ਬਚਾ ਰਹੇ ਹਾਂ ਕੌਮ ਨੂੰ, ਅਸੀਂ ਜੇਲ੍ਹਾਂ 'ਚੋਂ ਨਜ਼ਰਬੰਦਾਂ ਦੀਆਂ ਰਿਹਾਈਆਂ ਕਰਵਾਉਣੀਆਂ ਨੇ, ਅਸੀਂ ਫਾਂਸੀਆਂ ਜਿਹੜੀਆਂ ਨੇ ਉਹ ਮੁਕਾਉਣੀਆਂ ਨੇ, ਅਸੀਂ ਕਾਲੀਆਂ ਸੂਚੀਆਂ ਰੱਦ ਕਰਵਾਉਣੀਆਂ ਨੇ, ਅਸੀਂ ਕੌਮ ਨੂੰ ਬਚਾ ਰਹੇ ਹਾਂ। ਇੱਕ ਸ਼ੇਰ ਆ, ਕਹਿੰਦਾ ਮੁਝੇ ਡੂਬਨੇ ਸੇ ਤू मुझे बचा लेगा, मुझे यकीन है मगर। यहां डूबने से तू मुझे बचा लेगा, मुझे यकीन है मगर तेरा जे बचाना मुझे मार डालेगा। मेरा इत्थे कहंदा डुब्बण च मरन च जाउण आ, जे तू मैनू बचा लिया ना तेरा जे बचाना मुझे मार डालेगा। तो यह है गल कि जिस राह उत्ते सिखां नूं तोरिया जा रहा, जिस राह उत्ते घेर घूर के सिखां नूं तोरन दे यतन हो रहे हैं कि गज के आखो जय माता दी, छेती देने कह दो भारत माता की जय। मन लो तुसी केसाधारी हिंदू ਤੇ ਸਨਾਤਨੀ ਜਿਹੜੀ ਮਰਿਆਦਾ ਉਹਨੂੰ ਅਪਣਾ ਲਓ ਤੇ ਖਾਲਸੇ ਦੇ ਝੰਡੇ ਬੁੰਗੇ ਝੂਲਦੇ ਰਹਿਣ। ਇਹੋ ਜਿਹੀਆਂ ਗੱਲਾਂ ਛੱਡ ਦਿਓ। ਛੱਡੋ ਖਾਲਿਸਤਾਨ ਜਿੰਦਾਬਾਦ, ਛੱਡੋ ਰਾਜ ਕਰੇਗਾ ਖਾਲਸਾ, ਛੱਡੋ ਗੁਰਬਾਣੀ ਦੀ ਸੱਚੀ ਸੁੱਚੀ ਵਿਆਖਿਆ। ਕਿਉਂ ਕਲਪੀ ਜਾਂਦੇ ਹੋ ਕਿ ਸਿੱਖੀ ਦਾ ਬਾਹਮਣੀਕਰਨ ਹੋ ਰਿਹਾ? ਇਹ ਸਾਰੇ ਰਾਮ ਰੌਣੇ ਛੱਡੋ ਤੇ ਮੌਜਾਂ ਲੁੱਟੋ। ਆ ਜਿਹੜੀ ਬਿਰਤੀ ਸਾਡੇ 'ਚ ਭਰਤੀ ਕਰਨ ਦੇ ਯਤਨ ਹੋ ਰਹੇ ਨੇ, ਸਾਡੇ ਭਾਈਚਾਰੇ ਦੇ ਵੱਡੇ ਹਿੱਸੇ ਨੂੰ ਇਹ ਬਿਮਾਰੀ ਜਿਹੜੀ ਆ ਉਹ ਦਿਨੋਂ ਦਿਨ ਗ੍ਰਸਦੀ ਜਾ ਰਹੀ ਆ। ਕਈ ਲੋਕ ਥੱਕ ਜਾਂਦੇ ਹੁੰਦੇ ਨੇ, ਕਈ ਵਿਕ ਜਾਂਦੇ ਹੁੰਦੇ ਨੇ, ਕਈ ਮੁੱਚ ਜਾਂਦੇ ਹੁੰਦੇ ਨੇ, ਕਈ ਮੁੜ ਜਾਂਦੇ ਹੁੰਦੇ ਨੇ, ਪਰ ਕੌਮ ਦਾ ਉਹ ਹਿੱਸਾ ਸਾਰੇ ਨਹੀਂ ਹੁੰਦੇ। ਸਾਰੀ ਦੀ ਸਾਰੀ ਕੌਮ ਕਦੇ ਲੜਦੀ ਵੀ ਨਹੀਂ ਹੁੰਦੀ। ਸਾਰੀ ਦੀ ਸਾਰੀ ਕੌਮ ਦੀ ਪ੍ਰਤੀਨਿਧਤਾ ਉਹ 2% 4%। ਆ ਜਿੱਦਣ ਬਾਬਾ ਗਰਜਾ ਸਿੰਘ ਤੇ ਬੋਤਾ ਸਿੰਘ ਨੇ ਝੰਡਾ ਗੱਡਿਆ ਸੀ ਉਹ 2 ਹੀ ਸੀ, ਤੇ 2 ਹੀ ਬਹੁਤ ਹੁੰਦੇ। ਜਿੱਦਣ ਮੱਸੇ ਦਾ ਸਿਰ ਲਾਉਣ ਆਏ ਸੀ ਉਹ ਵੀ 2 ਹੀ ਸੀ, ਜਿੱਦਣ ਇੰਦਰਾ ਗੱਡੀ ਚਾੜਨੀ ਸੀ ਉਹ ਵੀ 2 ਹੀ ਸੀ। ਬਸ 2-4 ਕੀ ਬਹੁਤ ਹੁੰਦੇ ਆ, ਬਾਲਿਆਂ ਦੀ ਲੋੜ ਵੀ ਨਹੀਂ ਹੁੰਦੀ। ਸੋ ਜਿਹੜੀ ਕੌਮ ਦੀ ਸੇਵਾ, ਕੌਮ ਦੀ ਪ੍ਰਤੀਨਿਧਤਾ ਅਸਲ ਵਿੱਚ ਉਹੀ ਲੋਕ ਕਰਦੇ ਨੇ ਜਿਹੜੇ ਖਾਲਸਾਈ ਵਿਚਾਰਧਾਰਾ ਨੂੰ, ਖਾਲਸਾਈ ਸੋਚ ਨੂੰ, ਖਾਲਸਾਈ ਫਲਸਫੇ ਨੂੰ, ਖਾਲਿਸਤਾਨ ਨੂੰ ਪਿਆਰ ਕਰਦੇ ਨੇ। ਜਿਨ੍ਹਾਂ ਲੋਕਾਂ ਨੇ ਲਕੀਰ ਦੇ ਦੂਜੇ ਪਾਸੇ ਟੱਪ ਕੇ ਭਾਰਤ ਮਾਤਾ ਕੀ ਜੈ ਵਾਲਾ ਰਾਹ ਫੜ ਲਿਆ ਹੋਇਆ ਵਾ, ਉਹ ਕਿਹਦੀ ਪ੍ਰਤੀਨਿਧਤਾ ਕਰਦੇ ਨੇ ਇਹ ਉਹ ਜਾਣਨ। ਸਿੱਖਾਂ ਦੇ ਨਾਇਕ ਉਹ ਨੇ ਜਿਹੜੇ ਸਿੱਖੀ ਲਈ ਜਿਉਣ, ਸਿੱਖੀ ਲਈ ਮਰਨ। ਇਸ ਦਰਮਿਆਨ ਬੜੇ ਰੰਡੀ ਰੋਣੇ, ਬੜੇ ਰਾਮ ਰੌਲੇ ਅਸੀਂ ਦੇਖੇ ਨੇ, ਬੜੇ ਗਾਂ ਦੇਖਾਂਗੇ।
ਬੰਦਿਆਂ ਦੀ ਪਰਖ ਹੁੰਦੀ ਹੈ ਜਦੋਂ ਸੰਕਟ ਆਉਂਦੇ ਨੇ। ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਸਾਡੀ ਕੌਮ ਜਿਹੜੀ ਆ ਇਹੋ ਜਿਹੇ ਚੱਕਰਵਿਊਹਾਂ ਚੋਂ, ਇਹੋ ਜਿਹੀਆਂ ਨੀਤੀਆਂ ਕਨੀਤੀਆਂ ਤੋਂ, ਇਹੋ ਜਿਹੀਆਂ ਕਮੱਤਾਂ ਤੋਂ ਬਚੀ ਰਵੇ। ਆਪਦੇ ਸਿਧਾਂਤ, ਆਪਦੇ ਫਲਸਫੇ, ਆਪਦੇ ਹੋਂਦ ਹਸਤੀ ਨੂੰ ਬਰਕਰਾਰ ਰੱਖਣ ਦੀ ਲੜਾਈ ਹੈ ਜਿਹੜੀ, ਇਹ ਜਾਰੀ ਰਵੇ। ਫਤਿਹ ਅਰਜ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ